ਰੋਜ਼ਾਨਾ ਲੋਕਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਤੇ ਦੇਸ਼ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਆਮ ਆਦਮੀ ਪਾਰਟੀ ਨੇ ਪੰਜਾਬੀਆਂ ਦੇ ਨਾਲ ਵੱਡਾ ਧੋਖਾ ਕੀਤਾ। ਕਿਹੜਾ ਧੋਖਾ ਕੀਤਾ ਹੈ, ਕਿਹੜੇ ਇਲਜ਼ਾਮ ਉਹਨਾਂ ਤੇ ਲੱਗ ਰਹੇ ਨੇ, ਤਾਂ ਇਹ ਇਲਜ਼ਾਮ ਲੱਗਣ ਤੋਂ ਬਾਅਦ ਜਿੱਥੇ ਅਰਵਿੰਦ ਕੇਜਰੀਵਾਲ ਫਸੇ ਨੇ ਤਾਂ ਉੱਥੇ ਹੀ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਵੀ ਬੁਰਾ ਫਸਾ ਦਿੱਤਾ ਹੈ। ਪੰਜਾਬ ਦੇ ਲੋਕਾਂ ਦੇ ਅੰਦਰ ਆਮ ਆਦਮੀ ਪਾਰਟੀ ਦੇ ਲਈ ਜਿਹੜੀ ਆ ਉਹ ਖਿਲਾਫਤ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਹੈ, ਬਗਾਵਤ ਜਿਹੜੀ ਆ ਸ਼ੁਰੂ ਹੋ ਚੁੱਕੀ ਹੈ। ਉਧਰ ਗੱਲ ਕਰੀਏ ਕਿ 39 ਵਿਧਾਇਕ ਜਿਹੜੇ ਉਹ ਭਾਜਪਾ ਦੀ ਸ਼ਰਨ ਦੇ ਵਿੱਚ ਜਾ ਰਹੇ ਨੇ। ਕਿਹੜੇ ਉਹ 39 ਵਿਧਾਇਕ ਨੇ, ਕਿਸ ਪਾਰਟੀ ਦੇ ਨਾਲ ਸੰਬੰਧ ਰੱਖਦੇ ਆ, ਉਸ ਤੇ ਜਿਹੜੀ ਆ ਗੱਲਬਾਤ ਕਰਾਂਗੇ। ਤਾਂ ਉਧਰ ਜੇਲ੍ਹ 'ਚ ਬੈਠੇ ਮਜੀਠੀਆ ਦੇ ਲਈ ਵੱਡੀ ਖਬਰ ਆਈ ਹੈ। ਮਜੀਠੀਆ ਦੇ ਜਿਹੜੇ ਅੰਦਰ ਲਗਾਤਾਰ ਬੈਠੇ ਹੋਏ ਆ ਮਜੀਠੀਆ, ਮੈਂ ਕਹਿੰਦਾ ਕਿ 22 ਫਰਵਰੀ ਤੋਂ ਲਗਾਤਾਰ ਉਹ ਜੇਲ੍ਹ ਦੇ ਵਿੱਚ ਨੇ ਤੇ ਉਹਨਾਂ ਦੇ ਨਾਲ ਸੰਬੰਧਿਤ ਜੁੜੀ ਵੱਡੀ ਖਬਰ ਜਿਹੜੀ ਜੇਲ੍ਹ ਦੇ ਵਿੱਚੋਂ ਬਾਹਰ ਆਈ ਹੈ। ਔਰ ਨਾਲ ਹੀ ਨਾਲ ਜਿਹੜੀ ਹੈ ਗੱਲਬਾਤ ਕਰਾਂਗੇ ਕਿ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੇ ਬਾਰੇ। ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਕੱਲ ਸਾਰੀ ਦਿਹਾੜੀ ਚਰਚਾ ਦਾ ਵਿਸ਼ਾ ਜਿਹੜਾ ਬਣਾ ਰਿਹਾ। ਸਾਡੇ ਵੱਲੋਂ ਵੀ ਜਿਹੜੀ ਉਹ ਖਬਰ ਚਲਾਈ ਗਈ, ਪਰ ਹੁਣ ਉਸ ਤੇ ਕੀ ਬਣਿਆ, ਕੀ ਕੁਝ ਗੱਲਬਾਤ ਸੀਗੀ ਪੂਰੀ, ਕਿੱਥੋਂ ਇਹ ਖਬਰ ਉੱਡੀ, ਕੀ ਕੁਝ ਗੱਲਬਾਤ ਹੋਈ, ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਕਰਾਂਗੇ। ਚਰਚਾ ਦੇ ਲਈ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਅਣਖੀ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਅਣਖੀ ਸਾਹਿਬ, ਸਭ ਤੋਂ ਪਹਿਲਾਂ ਜਿਹੜੀ ਗੱਲ ਆਪਾਂ ਆਮ ਆਦਮੀ ਪਾਰਟੀ ਦੇ ਧੋਖੇ ਦੀ ਕਰ ਲੈਂਦੇ ਆ। ਸਾਰੀਆਂ ਵਿਰੋਧੀ ਪਾਰਟੀਆਂ, ਚਾਹੇ ਉਹ ਕਹਿ ਲਈਏ ਕਾਂਗਰਸ ਹੋਵੇ, ਚਾਹੇ ਆਪਾਂ ਕਹਿ ਲਈਏ ਅਕਾਲੀ ਦਲ ਹੋਵੇ, ਚਾਹੇ ਭਾਜਪਾ ਕਹਿ ਲਈਏ, ਇਹ ਇੱਕੋ ਵਰਡ ਦੇ ਯੂਜ਼ ਕਰ ਰਹੇ ਨੇ ਕਿ ਆਮ ਆਦਮੀ ਪਾਰਟੀ ਨੇ ਪੰਜਾਬੀਆਂ ਦੇ ਨਾਲ ਧੋਖਾ ਕੀਤਾ ਹੈ। ਜਿਹੜਾ ਲੇਡੀਜ਼ ਦੇ ਨਾਲ ਜਿਹੜਾ ਸਭ ਤੋਂ ਵੱਡਾ ਜਿਹੜਾ ਵਾਅਦਾ ਕੀਤਾ ਗਿਆ ਸੀਗਾ ਕਿ 1000 ਰੁਪਇਆ ਦਿੱਤਾ ਜਾਊਗਾ ਹਰ ਮਹੀਨੇ, ਉਹਦੇ ਬਾਰੇ ਕੋਈ ਗੱਲ ਨਹੀਂ ਕਹਿੰਦੇ ਕੀਤੀ ਗਈ। ਤਾਂ ਉਧਰ ਕਿਸਾਨ ਬਲਵੀਰ ਸਿੰਘ ਰਾਜੇਵਾਲਾ ਤੇ ਹਰਮੀਤ ਸਿੰਘ ਕਾਦੀਆਂ ਹੋਰਾਂ ਦੇ ਵੀ ਵੱਲੋਂ ਵੱਡਾ ਬਿਆਨ ਆ ਗਿਆ ਕਿ ਕਿਸਾਨਾਂ ਦੇ ਹੱਕ ਦੇ ਲਈ ਵੀ ਸਰਕਾਰ ਨੇ ਕੁਝ ਨਹੀਂ ਕੀਤਾ। ਕਿਵੇਂ ਦੇਖਦੇ ਹੋ? ਕਿਸਾਨ ਖੁਸ਼ ਨਹੀਂ, ਆਮ ਲੋਕ ਖੁਸ਼ ਨਹੀਂ, ਵਿਰੋਧੀ ਧਿਰ ਖੁਸ਼ ਨਹੀਂ। ਠੀਕ ਹੈ, ਸਿਹਤ ਅਤੇ ਸਿੱਖਿਆ ਦੇ ਲਈ ਵੱਡੇ ਐਲਾਨ ਉਹਨਾਂ ਨੇ ਜ਼ਰੂਰ ਕੀਤੇ, ਪਰ ਜਿਹੜੀਆਂ ਕੁਝ ਗਰੰਟੀਆਂ ਉਹਨਾਂ ਨੇ ਆਪ ਹੀ ਕੀਤੀਆਂ ਸੀਗੀਆਂ, ਉਹ ਗਰੰਟੀਆਂ ਤੇ ਇਹ ਬਜਟ ਕਹਿੰਦੇ ਖਰਾ ਨਹੀਂ ਉਤਰ ਰਿਹਾ। ਵਿਰੋਧੀਆਂ ਦੇ ਇਲਜ਼ਾਮ ਹੈ ਧੋਖਾ ਸ਼ਬਦ ਜਿਹੜਾ ਉਹ ਵਰਤਿਆ ਜਾ ਰਿਹਾ। ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਕਿ ਵਾਕਈ ਆਮ ਆਦਮੀ ਪਾਰਟੀ ਨੇ ਪੰਜਾਬੀਆਂ ਦੇ ਨਾਲ ਧੋਖਾ ਕੀਤਾ? ਸੁਖਵਿੰਦਰ ਜੀ, ਜਦੋਂ ਵੀ ਕੋਈ ਵੀ ਸਰਕਾਰ ਆਪਣਾ ਬਜਟ ਪੇਸ਼ ਕਰਦੀ ਹੈ, ਜਿਹੜੀ ਵਿਰੋਧੀ ਧਿਰ ਹੁੰਦੀ ਹੈ ਜਾਂ ਵਿਰੋਧੀ ਧਿਰ ਦੀਆਂ ਜਿਹੜੀਆਂ ਵੀ ਪਾਰਟੀਆਂ ਹੋਣ, ਉਹਨਾਂ ਵੱਲੋਂ ਹਮੇਸ਼ਾ ਹੀ ਇਹ ਗੱਲਾਂ ਜਿਹੜੀਆਂ ਕਹੀਆਂ ਜਾਂਦੀਆਂ ਨੇ ਕਿ ਇਹ ਧੋਖਾ ਆ, ਲੋਕਾਂ ਦਾ ਧੋਖਾ ਆ, ਲੋਕ ਵਿਰੋਧੀ ਬਜਟ ਆ, ਇਦਾਂ ਦਾ ਬਜਟ ਆ, ਉਦਾਂ ਦਾ ਬਜਟ ਆ। ਮਤਲਬ ਕਿਸੇ ਵੀ ਵਿਰੋਧੀ ਧਿਰ ਨੇ ਇੰਨੀ ਗੱਲ ਨਹੀਂ ਕਹਿਣੀ ਹੁੰਦੀ ਕਿ ਸਰਕਾਰ ਦਾ ਜਿਹੜਾ ਬਜਟ ਆਇਆ ਬੜਾ ਲੋਕ ਪੱਖੀ ਆ ਜਾਂ ਕਿੱਦਾਂ ਦਾ ਨਹੀਂ। ਇਹ ਇੱਕ ਰਵਾਇਤ ਹੈਗੀ ਹੈ। ਜਿਸ ਤਰੀਕੇ ਨਾਲ ਅਕਾਲੀ ਦਲ ਭੰਡ ਰਿਹਾ, ਜਿਸ ਤਰੀਕੇ ਨਾਲ ਕਾਂਗਰਸ ਗੱਲ ਕਰ ਰਹੀ ਹੈ, ਜਿਸ ਤਰੀਕੇ ਨਾਲ ਹਰਮੀਤ ਸਿੰਘ ਕਾਦੀਆਂ ਜਾਂ ਬਲਬੀਰ ਸਿੰਘ ਰਾਜੇਵਾਲ ਉਹਨਾਂ ਨੇ ਕਿਸਾਨਾਂ ਨੂੰ ਲੈ ਕੇ ਗੱਲ ਕੀਤੀ ਕਿ ਕਿਸਾਨਾਂ ਦਾ ਇਹਦੇ ਵਿੱਚ ਕੁਝ ਨਹੀਂ ਹੈਗਾ, ਅਸੀਂ ਉਹਨਾਂ ਦੀ ਉਹ ਚੀਜ਼ ਨੂੰ ਸਮਝ ਸਕਦੇ ਹਾਂ। ਪਰ ਜੇਕਰ ਅਸੀਂ ਆਪਣੇ ਪੱਖ ਤੋਂ ਇਸ ਦਾ ਵਿਸ਼ਲੇਸ਼ਣ ਕਰੀਏ ਜਿਹੜਾ ਜ਼ਰੂਰੀ ਆ, ਤਾਂ ਉਸ ਪੱਖ ਵੱਲ ਮੇਰਾ ਖਿਆਲ ਉਹ ਗੱਲ ਠੀਕ ਰਹੇਗੀ। ਬਿਲਕੁਲ, ਅਗਰ ਦੋ ਨੁਕਤੇ ਜਿਹੜੇ ਨੇ ਇਸ ਪੁਆਇੰਟ ਦੇ ਵਿੱਚ ਜਿਹੜਾ ਕੱਲ ਬਜਟ ਪੇਸ਼ ਕੀਤਾ ਗਿਆ, ਦੋ ਨੁਕਤਿਆਂ ਤੇ ਜ਼ਿਆਦਾ ਧਿਆਨ ਕੇਂਦਰਿਤ ਜਾਂਦਾ। ਇੱਕ ਤਾਂ ਉਹ ਆਸ਼ੀਰਵਾਦ ਸਕੀਮ ਸੀ ਕਿ ਜਿਹਦੇ ਵਿੱਚ ਵਿਰੋਧੀ ਧਿਰ ਵੀ ਕਹਿ ਰਹੇ ਨੇ ਕਿ ਹਾਂ ਭਈ ਬੀਬੀਆਂ ਨੂੰ 1000 ਰੁਪਇਆ ਜਿਹੜਾ ਉਹ ਦਿੱਤਾ ਜਾਣਾ ਸ਼ੁਰੂ ਹੋਏਗਾ, ਗਰੰਟੀ ਜਿਹੜੀ ਦਿੱਤੀ ਗਈ ਸੀ। ਤਾਂ ਪਹਿਲਾ ਬਜਟ ਆ 3 ਮਹੀਨੇ ਬਾਅਦ ਸਰਕਾਰ ਨੇ ਪੇਸ਼ ਕੀਤਾ ਤੇ ਇਹਦੇ ਵਿੱਚ ਉਹ ਚੀਜ਼ ਤੋਂ ਬਿਲਕੁਲ ਇਹਨਾਂ ਨੇ ਅਵਾਇਡ ਕੀਤਾ ਕਿ ਆਪਾਂ ਭਈ ਕੋਈ ਗੱਲਬਾਤ ਜਿਹੜੀ ਆ ਇਹਦੇ ਵਿੱਚ ਉਸ ਆਸ਼ੀਰਵਾਦ ਸਕੀਮ ਦੀ ਗੱਲ ਨਹੀਂ ਕੀਤੀ ਗਈ। ਕੱਲ ਰਾਜਾ ਵੜਿੰਗ ਦੀ ਬੇਟੀ ਸੀ, ਉਹ ਜਦੋਂ ਆ ਰਹੀ ਉਹਦੀ ਇੱਕ ਸਟੇਟਮੈਂਟ ਮੈਂ ਦੇਖੀ, ਤਾਂ ਜਦੋਂ ਉਹਨੂੰ ਪੱਤਰਕਾਰ ਨੇ ਸਵਾਲ ਪੁੱਛਿਆ ਕਿ ਹਾਂ ਵੀ ਤੁਸੀਂ ਇਹ ਬਜਟ ਸੈਸ਼ਨ ਤੁਹਾਨੂੰ ਕਿੱਦਾਂ ਦਾ ਲੱਗਾ, ਤਾਂ ਉਹਨਾਂ ਨੇ ਉਹਦੀ ਰਾਜਾ ਵੜਿੰਗ ਦੀ ਬੇਟੀ ਨੇ ਇਹੋ ਹੀ ਗੱਲ ਕੀਤੀ ਕਿ ਹਾਂ ਭਈ ਇਸ ਤਰੀਕੇ ਦਾ ਜਿਹੜਾ ਬੀਬੀਆਂ ਨੂੰ 1000 ਰੁਪਇਆ ਗਰੰਟੀ ਦੇਣੀ ਸੀ, ਉਹ ਵਿੱਚ ਗੱਲ ਨਹੀਂ ਕੀਤੀ ਗਈ। ਤੇ ਜਦੋਂ ਇਸ ਦਾ ਪ੍ਰਤੀਕਰਮ ਜਿਹੜੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਜਦੋਂ ਪੁੱਛਿਆ ਗਿਆ, ਤਾਂ ਉਹਦਾ ਜਿਹੜਾ ਜਵਾਬ ਸੀ ਉਹ ਮੈਨੂੰ ਮਤਲਬ ਬਿਲਕੁਲ ਬਚਕਾਨਾ ਜਿਹਾ ਜਵਾਬ ਲੱਗਾ। ਕਿੱਦਾਂ ਜੀ, ਆ ਜਿਹੜੀ ਸਿੱਖਿਆ ਦੀ ਪ੍ਰਣਾਲੀ ਦੇ ਵਿੱਚ ਅਸੀਂ ਇੰਨਾ ਕੁਝ ਕਰ ਰਹੇ ਹਾਂ, ਇਹ ਬੀਬੀਆਂ ਵਾਸਤੇ ਹੀ ਸਹਾਇਤਾ ਹੈਗੀ ਆ। ਹੁਣ ਪ੍ਰਸ਼ਨ ਇਹ ਆ ਸੁਖਵਿੰਦਰ ਜੀ, ਜਦੋਂ ਤੁਸੀਂ ਗਰੰਟੀਆਂ ਦੇ ਰਹੇ ਸੀ ਚੋਣਾਂ ਤੋਂ ਪਹਿਲਾਂ, ਉਸ ਵਕਤ ਤੁਹਾਡੇ ਬੋਲ ਕੀ ਸਨ ਤੇ ਹੁਣ ਤੁਹਾਡੇ ਬੋਲ ਕੀ ਆ? ਹੁਣ ਤੁਸੀਂ ਇਸ ਗੱਲ ਨੂੰ ਜੋੜ ਰਹੇ ਜੇ ਕਿ ਅਸੀਂ ਸਕੂਲੀ ਸਿੱਖਿਆ ਦੇ ਵਿੱਚ ਸੁਧਾਰ ਕਰ ਦਿੱਤਾ ਤੇ ਉੱਥੇ
ਬੀਬੀਆਂ ਨੂੰ ਲੇਡੀਜ਼ ਨੂੰ ਜਾਂ ਲੜਕੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣਗੀਆਂ। ਇਹ ਉਸ 1000 ਰੁਪਏ ਦੇ ਵਿੱਚ ਇਹ ਰਿਕਾਰਡਡ ਬਿਆਨ ਕਰਦਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ। ਤਾਂ ਕਹਿਣ ਦਾ ਮਤਲਬ ਆ ਕਿ ਇਹੋ ਜਿਹੇ ਜਦੋਂ ਤੁਸੀਂ ਬਿਆਨ ਤੁਸੀਂ ਦਿੰਦੇ ਜੇ ਤਾਂ ਫਿਰ ਕੁਦਰਤੀ ਤੌਰ ਤੇ ਤੁਹਾਡੇ ਤੇ ਪ੍ਰਸ਼ਨ ਉੱਠਣੇ ਵਾਜਬ ਨੇ। ਉਹ ਵਿਰੋਧੀ ਧਿਰ ਦਾ ਤਾਂ ਸਵਾਲ ਉਠਾਉਣੇ ਹੀ ਉਠਾਉਣੇ ਆ, ਪਰ ਜਿਹੜੇ ਆਮ ਲੋਕ ਨੇ ਉਹ ਇਸ ਚੀਜ਼ ਨੂੰ ਕਿਸ ਤਰ੍ਹਾਂ ਵੇਖਦੇ ਆ, ਗੱਲ ਉਹਦੇ ਉੱਤੇ ਜ਼ਰੂਰ ਨਿਰਭਰ ਕਰਦੀ ਆ। ਦੂਸਰੇ ਬੰਨੇ ਉਹਨਾਂ ਨੇ ਜਿਹੜੀ ਸਕੂਲੀ ਤੇ ਸਿਹਤ ਦੀ ਗੱਲ ਕੀਤੀ ਆ, ਹੈਲਥ ਦੀ ਗੱਲ ਕਰ ਲਓ ਤੁਸੀਂ। ਹੈਲਥ ਦੇ ਉਹ ਕਹਿੰਦੇ ਜੀ 16 ਕਾਲਜ ਅਸੀਂ ਖੋਲ੍ਹਣੇ ਆ ਨਵੇਂ ਮੈਡੀਕਲ ਕਾਲਜ ਬਾਤ ਕਰਨਾ। ਤੇ ਸੁਖਵਿੰਦਰ ਜੀ ਪੰਜਾਬ ਦੇ ਵਿੱਚ ਅੱਗੇ 11 ਕਾਲਜ ਜਿਹੜੇ ਚੱਲਦੇ ਪਏ ਨੇ, ਜਿਨ੍ਹਾਂ ਦੇ ਵਿੱਚੋਂ 3 ਕਾਲਜ ਜਿਹੜੇ ਨੇ ਸਰਕਾਰੀ ਨੇ, ਬਾਕੀ ਸਾਰੇ ਪ੍ਰਾਈਵੇਟ ਆ। ਤੇ ਇਹ ਜਿਹੜੇ 16 ਕਾਲਜ ਉਹਨਾਂ ਨੇ ਮੈਡੀਕਲ ਕਾਲਜ ਖੋਲ੍ਹਣੇ ਜਿਹੜੇ ਅਗਲੇ 5 ਸਾਲਾਂ ਦੇ ਵਿੱਚ, ਕੀ ਇਹ ਪ੍ਰਾਈਵੇਟ ਖੋਲਣਗੇ ਜਾਂ ਨਿੱਜੀ ਮਤਲਬ ਸਰਕਾਰੀ ਖੋਲਣਗੇ? ਕਿਉਂਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਲਵਲੀ ਯੂਨੀਵਰਸਿਟੀ ਦੇ ਜਿਹੜਾ ਚਾਂਸਲਰ ਆ ਮਿੱਤਲ ਨੂੰ ਭੇਜਿਆ, ਕੀ ਇਹ ਉਸ ਪਾਸੇ ਵੱਲ ਇਸ਼ਾਰਾ ਨੇ ਕਿ ਲਵਲੀ ਯੂਨੀਵਰਸਿਟੀ ਜਿਹੜੀ ਆ ਪ੍ਰਾਈਵੇਟ ਨਿੱਜੀ ਯੂਨੀਵਰਸਿਟੀ ਕੱਲ ਨੂੰ ਉਹ ਵੀ ਮੈਡੀਕਲ ਕਾਲਜ ਖੋਲਣ ਵਾਸਤੇ ਆ ਸਕਦੀ ਆ? ਸੋ ਇਹੋ ਜਿਹੇ ਜਿਹੜੇ ਬੜੇ ਪੱਖ ਨੇ ਜਿਹੜੇ ਇਹਨਾਂ ਦੇ ਉੱਤੇ ਧਿਆਨ ਦੇਣ ਦੀ ਲੋੜ ਹੈਗੀ ਆ। ਬਿਲਕੁਲ ਬਜਟ ਦੀਆਂ ਸਰਕਾਰ ਨੇ ਆਪਣੀ ਪਿੱਠ ਥਾਪੜਨੀ ਹੁੰਦੀ ਹੈ, ਵਿਰੋਧੀ ਧਿਰ ਨੇ ਆਪਣੀ ਭੂਮਿਕਾ ਜਿਹੜੀ ਅਦਾ ਕਰਨੀ ਹੁੰਦੀ ਹੈ। ਆਸ਼ੀਰਵਾਦ ਸਕੀਮ ਦੀ ਗੱਲ ਜਿਹੜੀ ਆ ਉਹ ਕੁਝ ਨਹੀਂ ਕੀਤੀ ਗਈ। ਹੁਣ ਜਿਹੜੀ 1 ਜੁਲਾਈ ਤੋਂ ਜਿਹੜਾ ਇਹਨਾਂ ਨੇ ਬਿਜਲੀ ਦੇ ਯੂਨਿਟ ਜਿਹੜੇ ਮਾਫ ਕਰਦੇ ਨੇ, ਉਹਦੇ ਸੰਬੰਧੀ ਵੀ ਹਾਲਾਂਕਿ ਬਿਆਨ ਇਹਨਾਂ ਨੇ ਦੇ ਦਿੱਤਾ, ਪਰ ਉਹਦੇ 'ਚ ਸ਼ਰਤਾਂ ਕੀ ਨੇ ਉਹ ਵੀ ਸ਼ਰਤਾਂ ਦਾ ਨਹੀਂ ਕੋਈ ਪਤਾ ਲੱਗ ਰਿਹਾ। ਹੁਣ ਇਹਦੇ ਨਾਲ ਹੀ ਨਾਲ ਜੇਕਰ ਹੁਣ ਕਿਸਾਨਾਂ ਦੀ ਗੱਲ ਕਰੀਏ, ਕਿਸਾਨਾਂ ਵਾਸਤੇ ਵੀ ਇਸ ਬਜਟ ਦੇ ਵਿੱਚ ਕੋਈ ਵੀ ਜਿਹੜਾ ਬਜਟ ਆ ਨਹੀਂ ਕੁਝ ਵੀ ਮਤ ਰੱਖੀ ਗਈ, ਜਾਂ ਕੋਈ ਵੀ ਜਿਹੜਾ ਅਸੀਂ ਕਹਿ ਸਕਦੇ ਆ ਜਿਹੜੀ ਰਕਮ ਆ ਨਹੀਂ ਰੱਖੀ ਗਈ। ਜਿਸ ਦੀ ਕਹਿਣਾ ਇਹਨਾਂ ਨੇ ਇੰਨੀ ਗੱਲ ਕਹੀ ਸੀ ਕਿ ਅਸੀਂ ਕਿਸਾਨ ਜਿਹੜੇ ਸ਼ਹੀਦ ਹੋਏ ਕਿਸਾਨ ਆ ਉਹਨਾਂ ਵਾਸਤੇ ਇੱਕ ਪਾਰਕ ਜਿਹੜਾ ਬਣਾਵਾਂਗੇ, ਉਹਦੇ ਸੰਬੰਧੀ ਵੀ ਕੋਈ ਗੱਲਬਾਤ ਨਹੀਂ ਹੈਗੀ। ਸੋ ਉਹਨਾਂ ਨੁਕਤਿਆਂ ਦੇ ਉੱਤੋਂ ਜੇਕਰ ਅਸੀਂ ਵਿਰੋਧੀ ਧਿਰ ਦੀ ਭੂਮਿਕਾ ਦੇ ਅਨੁਸਾਰ ਵੇਖੀਏ ਤਾਂ ਕਾਫੀ ਹੱਦ ਤੱਕ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਠੀਕ ਹੈ, ਸਰਕਾਰ ਨੇ ਬਜਟ ਦੇ ਵਿੱਚ ਜਿਹੜੇ ਸਿੱਖਿਆ ਤੇ ਸਿਹਤ ਨੂੰ ਲੈ ਕੇ ਐਲਾਨ ਜਿਹੜੇ ਕੀਤੇ ਨੇ, ਪਰ ਕੁਝ ਮੁੱਦੇ ਇਦਾਂ ਦੇ ਸਨ ਜਿਹੜੇ ਲੋਕਾਂ ਨਾਲ ਸਿੱਧੇ ਸੰਬੰਧਿਤ ਸਨ। ਖਾਸ ਤੌਰ ਤੇ ਔਰਤਾਂ ਦੇ ਨਾਲ ਜਿਹੜਾ 1000 ਰੁਪਇਆ ਦੇਣ ਦੀ ਜਿਹੜੀ ਗੱਲ ਕੀਤੀ ਗਈ ਸੀ, ਸਾਰੀਆਂ ਔਰਤਾਂ ਇਹਦੇ ਵੱਲ ਨਜ਼ਰ ਜਿਹੜੀਆਂ ਮਾਰਦੀਆਂ ਪਈਆਂ ਨੇ ਕਿ ਹਾਂ ਵੀ ਕਿਹੜੇ ਵੇਲੇ ਐਲਾਨ ਕਰਨਾ, ਕਿਹੜੇ ਵੇਲੇ ਐਲਾਨ ਕਰਨਾ, ਅਜੇ ਇਹਦੇ ਸੰਬੰਧੀ ਕੋਈ ਗੱਲਬਾਤ ਨਹੀਂ ਹੋਈ। ਦੂਜੇ ਬੰਨੇ ਇਹ ਵੀ ਆਪਾਂ ਇੱਕ ਗੱਲ ਕਰਦੇ ਕਿ ਜਿਹੜੇ 36000 ਜਾਂ ਮਾਫ ਕਰਦਾ 35000 ਜਿਹੜੇ ਕੱਚੇ ਮੁਲਾਜ਼ਮ ਇਹਨਾਂ ਨੇ ਪੱਕੇ ਕਰਨੇ ਆ, ਉਹਨਾਂ ਸੰਬੰਧੀ ਵੀ ਕੋਈ ਗੱਲਬਾਤ ਉਹਨਾਂ ਨੇ ਕਿਹਾ ਕਿ ਇਸ ਬਜਟ ਸੈਸ਼ਨ ਦੇ ਵਿੱਚ ਉਸ ਦਾ ਐਲਾਨ ਜਿਹੜਾ ਕਰ ਦਿੱਤਾ ਜਾਵੇਗਾ। ਅੱਜ ਮੇਰੇ ਖਿਆਲ ਚੌਥਾ ਦਿਨ ਹੈ ਬਜਟ ਸੈਸ਼ਨ ਦਾ, ਅਜੇ ਤੱਕ ਉਹਦੇ ਸੰਬੰਧੀ ਕੋਈ ਗੱਲਬਾਤ ਵੀ ਨਹੀਂ ਚੱਲੀ, ਨਾ ਹੀ ਕੋਈ ਕੈਬਨਿਟ ਦੀ ਮੀਟਿੰਗ ਦੇ ਵਿੱਚ ਇਹਦੇ ਸੰਬੰਧੀ ਕੋਈ ਗੱਲਬਾਤ ਹੋਈ ਆ। ਇੱਕ ਪੈਨਸ਼ਨ ਦੀ ਗੱਲ ਜ਼ਰੂਰ ਹੋ ਗਈ, ਉਹਦਾ ਬਿੱਲ ਜ਼ਰੂਰ ਕਹਿੰਦੇ ਪਾਸ ਕਰ ਦਿੱਤਾ ਗਿਆ, ਪਰ ਜਿਹੜਾ ਇੱਕ ਮੁੱਖ ਮੁੱਦਾ ਸੀ ਉਹਦੇ ਸੰਬੰਧੀ ਕੋਈ ਗੱਲ ਨਹੀਂ ਹੋਈ। ਇਸ ਤੋਂ ਇਲਾਵਾ ਜਿਹੜੀਆਂ ਇਹਨਾਂ ਨੇ ਭਰਤੀਆਂ ਕਹੀਆਂ ਸੀ, ਭਗਵੰਤ ਮਾਨ ਨੇ ਕਿ ਅਸੀਂ ਭਰਤੀਆਂ ਪੋਸਟੀਆਂ ਕੱਟਤੀਆਂ, ਇਹ ਕਰਤੀਆਂ ਉਹ ਕਰਤੀਆਂ, ਅਜੇ ਤੱਕ ਉਸ ਜਿਹੜੀ ਆਪਣੇ ਪੰਜਾਬ ਗੌਰਮੈਂਟ ਦੀ ਨਿਰਧਾਰਤ ਵੈਬਸਾਈਟ ਆ ਪੰਜਾਬ ਪੁਲਿਸ ਦੀ ਕੋਈ ਵੀ ਪੋਸਟ ਉੱਥੇ ਅਜੇ ਤੱਕ ਐਡਵਰਟਾਈਜ਼ ਨਹੀਂ ਹੋਈ। ਤਾਂ ਕੁਦਰਤੀ ਤੌਰ ਤੇ ਜਦੋਂ ਤੁਸੀਂ ਇਹੋ ਜਿਹੇ ਵਾਅਦੇ ਜਿਹੜੇ ਇਹ ਵੱਡੇ ਇਸ਼ਤਿਹਾਰ ਜਿਹੜੇ ਦਿੰਦੇ ਆ, ਅੱਜ ਵੀ ਅਖਬਾਰਾਂ ਦੇ ਵਿੱਚ ਵੱਡੇ ਇਸ਼ਤਿਹਾਰ ਦਿੱਤੇ ਗਏ। ਆਰਟੀਆਈ ਰਾਹੀਂ ਖੁਲਾਸਾ ਹੋਇਆ ਕਿ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਵਿੱਚ ਵੀ 13.35 ਕਰੋੜ ਦੇ ਜਿਹੜੇ ਇਸ਼ਤਿਹਾਰ ਜਿਹੜੇ ਦੇ ਆ, ਇਸ਼ਤਿਹਾਰ ਜਿਹੜੇ ਮਾਫ ਕਰਨਾ ਥੋੜੀ ਜਿਹੀ ਜ਼ੁਬਾਨ ਫਿਸਲ ਗਈ, ਇਸ਼ਤਿਹਾਰ ਜਿਹੜੇ ਆ ਉਹ ਦਿੱਤੇ ਗਏ ਆ। ਤਾਂ ਇਹ ਕਰੋੜਾਂ ਰੁਪਈਆ ਜਿਹੜਾ ਖਰਚਿਆ ਜਾ ਰਿਹਾ, ਉਹਦੇ ਬਾਰੇ ਵੀ ਮਾੜਾ ਜਿਹਾ ਦੱਸ ਦਿੰਦੇ ਕਿ ਅਸੀਂ ਕਿੰਨੇ ਕਰੋੜ ਰੁਪਏ ਦੇ ਇਸ਼ਤਿਹਾਰ ਜਿਹੜੇ ਆ ਪੰਜਾਬ ਤੋਂ ਬਾਹਰ ਦੇਵਾਂਗੇ ਤੇ ਪੰਜਾਬ ਦੇ ਵਿੱਚ ਕਿੰਨੇ ਕਰੋੜ ਰੁਪਏ ਦੇ ਇਸ਼ਤਿਹਾਰ ਜਿਹੜੇ ਦੇਵਾਂਗੇ। ਇਹਦੇ ਵਾਸਤੇ ਵੀ ਇੱਕ ਮੈਂ ਕਹਿੰਦਾ ਖਾਕਾ ਸਾਹਮਣੇ ਸਾਂਝਾ ਕਰ ਦਿੰਦੇ ਲੋਕਾਂ ਦੇ ਨਾਲ। ਬਿਲਕੁਲ ਜੀ, ਜੇਕਰ ਤੁਸੀਂ ਆਪਣੀਆਂ ਪ੍ਰਾਪਤੀਆਂ ਫੋਕੀਆਂ ਪ੍ਰਾਪਤੀਆਂ ਦੇ ਇਸ਼ਤਿਹਾਰ ਵੱਡੇ ਅਖਬਾਰਾਂ 'ਚ ਦੇ ਰਹੇ ਜੇ, ਤਾਂ ਕੁਦਰਤੀ ਤੌਰ ਤੇ ਕਿੰਨਾ ਕਰਜ਼ਾ ਲੈ ਕੇ ਤੁਸੀਂ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਨੇ, ਉਧਰ ਚੋਣਾਂ ਪੰਜਾਬ ਦੇ ਪੈਸੇ ਤੇ ਲੜ ਰਹੇ ਜੇ। ਇਸ ਦਾ ਪੱਖ ਵੀ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ, ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਕਿੰਨੇ ਕਰੋੜ ਜਿਹੜੇ ਤੁਸੀਂ ਇਹਨਾਂ ਇਸ਼ਤਿਹਾਰਬਾਜ਼ੀ ਤੇ ਖਿਲਾਫ ਦਿੱਤੇ ਗਏ ਨੇ, ਤੇ ਜਿਸ ਦਾ ਪੰਜਾਬ ਦੇ ਲੋਕਾਂ ਨੂੰ ਇੱਕ ਵੀ ਫਾਇਦਾ ਨਹੀਂ। ਘੱਟ ਤੋਂ ਘੱਟ ਇਹਦੇ ਸੰਬੰਧੀ ਵੀ ਜਾਣਕਾਰੀ ਜਿਹੜੀ ਆ ਉਹ ਜ਼ਰੂਰ ਦਿੱਤੀ ਜਾਣੀ ਚਾਹੀਦੀ ਆ। ਸੁਖਵਿੰਦਰ ਜੀ, ਮੈਂ ਜਿਹੜੀ ਖਾਸ ਗੱਲ ਮੈਂ ਇਹ ਕਰਦਾ ਕਿ ਜਦੋਂ ਭਗਵੰਤ ਮਾਨ ਨੇ ਇੰਨੀ ਗੱਲ ਕਹੀ ਸੀ ਕਿ ਮੇਰਾ ਹਰਾ ਪੈਨ ਕੇਵਲ ਨੌਜਵਾਨਾਂ ਦੀ ਭਲਾਈ ਵਾਸਤੇ ਚੱਲੇਗਾ, ਅਜੇ ਤੱਕ ਮੈਂ ਕਹਿੰਦਾ ਕਿ ਉਹ ਪੋਸਟਾਂ ਜਿਹੜੀਆਂ ਐਲਾਨ ਕੀਤੀਆਂ ਸੀ ਅਖਬਾਰਾਂ 'ਚ ਵੱਡੇ ਇਸ਼ਤਿਹਾਰ ਜਿਹੜੇ ਦਿੱਤੇ ਗਏ, ਪਰ ਜਦੋਂ ਉਸ ਨਿਰਧਾਰਤ ਵੈਬਸਾਈਟ ਤੇ ਜਾਓ ਉੱਥੇ ਕੋਈ ਵੀ ਅਜੇ ਤੱਕ ਨੋਟੀਫਿਕੇਸ਼ਨ ਕਿਸੇ ਵੀ ਪੋਸਟ ਤੋਂ ਜਾਰੀ ਨਹੀਂ ਹੋਇਆ। 10,000 ਪੁਲਿਸ ਮੁਲਾਜ਼ਮ ਇਹਨੇ ਭਗਵੰਤ ਮਾਨ ਨੇ ਕਿਹਾ ਸੀ ਕਿ ਭਰਤੀ ਕਰਦੇ ਆ, ਕੋਈ ਐਡਵਰਟਾਈਜ਼ਮੈਂਟ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਤਾਂ ਫਿਰ ਕੁਦਰਤੀ ਤੌਰ ਤੇ ਸਰਕਾਰ ਦੇ ਸਵਾਲੀਆ ਚਿੰਨ੍ਹ ਜਿਹੜੀ ਆ ਕਾਰਜਸ਼ੈਲੀ ਤੇ ਸਵਾਲੀਆ ਚਿੰਨ੍ਹ ਲੱਗਣਾ, ਤੇ ਇਹ ਜੋ ਕੁਝ ਸੰਗਰੂਰ 'ਚ ਹੋਇਆ ਸ਼ਾਇਦ ਸਰਕਾਰ ਦੇ ਇਹਨਾਂ ਫੋਕੀ ਦਾਅਵਿਆਂ ਦਾ ਇੱਕ ਪ੍ਰਤੀਬਿੰਬ ਆ ਜਿਹੜਾ ਲੋਕਾਂ ਨੇ ਸਰਕਾਰ ਨੂੰ ਖਾ ਦਿੱਤਾ ਕਿ ਭਲੇ ਮਾਨਸੋ ਤੁਸੀਂ ਕਿਸੇ ਭੁਲੇਖੇ ਦੇ ਵਿੱਚ ਨਾ ਰਹੋ।
ਤੁਹਾਨੂੰ ਜੇਕਰ ਲਿਆਤਾ ਜਾ ਸਕਦਾ ਤਾਂ ਤੁਹਾਨੂੰ ਤੋਰਿਆ ਵੀ ਜਾ ਸਕਦਾ। ਸੰਗਰੂਰ ਦੀ ਜਿਹੜੀ ਸੀਟ ਆ ਯਾਨੀ ਕਿ ਫਿਰ ਕਿਸਾਨ ਸੁਖਵਿੰਦਰ ਵੀ ਖੁਸ਼ ਜੀ, ਨਹੀਂ, ਵਿਰੋਧੀ ਪਾਰਟੀਆਂ ਲੋਕ ਖੁਸ਼ ਨਹੀਂ, ਜਿਹੜੀਆਂ ਫਿਰ ਉਹ ਗੱਲਾਂ ਕਹਿ ਰਹੀਆਂ ਧੋਖੇ ਦੀਆਂ, ਉਹ ਫਿਰ ਇੱਕ ਤਰੀਕੇ ਦੇ ਨਾਲ ਵਾਕਈ ਲੱਗ ਰਿਹਾ ਕਿ ਕਿਤੇ ਨਾ ਕਿਤੇ ਮਹਿਲਾਵਾਂ ਦੇ ਨਾਲ ਵੀ ਵੱਡਾ ਧੋਖਾ ਹੀ ਹੈਗਾ। ਸਗਨ ਸਕੀਮ ਨੂੰ ਲੈ ਕੇ ਹੋਵੇ, ਚਾਹੇ ਉਹ 1-1000 ਰੁਪਏ ਨੂੰ ਲੈ ਕੇ ਹੋਵੇ, ਕਿਉਂਕਿ ਬੜੀ ਆਸ ਸੀ, ਇੱਕ ਵੱਡੀ ਸਭ ਤੋਂ ਵੱਡੀ ਜਿਹੜੀ ਇਹਨਾਂ ਦੇ ਵੱਲੋਂ ਸਟੇਟਮੈਂਟ ਸੀ, ਤੇ ਉਮੀਦ ਨਹੀਂ ਸੀ ਕਿ ਜਿਹੜੀ ਹੈ ਸਟੇਟਮੈਂਟ ਦਿੱਤੀ ਗਈ ਵੋਟਾਂ ਤੋਂ ਪਹਿਲਾਂ ਵਾਲੀ, ਤੇ ਹੁਣ ਜਿਹੜੀ ਆ ਉਹ ਆਖਰ ਦੇ ਵਿੱਚ ਪੂਰੀ ਜਿਹੜੀ ਆ ਉਹ ਨਹੀਂ ਕੀਤੀ ਜਾਊਗੀ। ਇਹ ਗੱਲ ਜਿਹੜੀ ਲੱਗ ਨਹੀਂ ਸੀ ਰਹੀ, ਪਰ ਫਿਰ ਵੀ ਇਹਨਾਂ ਦੇ ਵੱਲੋਂ ਜਿਹੜੀ ਇਹ ਗੱਲ ਕਹੀ ਗਈ, ਮਾਫ ਕਰਨਾ ਕਿ ਇਹਨਾਂ ਦੇ ਵੱਲੋਂ ਨਹੀਂ ਉਹ ਗੱਲ ਜਿਹੜੀ ਲਿਆਂਦੀ ਗਈ, ਕੁਝ ਦੱਸਿਆ ਹੀ ਨਹੀਂ ਗਿਆ ਕਿ 1000 ਰੁਪਇਆ ਦੇਾਂਗੇ ਕਿ ਨਹੀਂ ਦੇਾਂਗੇ, ਤਾਂ ਫਿਰ ਪੰਜਾਬੀ ਜਿਹੜੇ ਆ ਵਿਰੋਧੀ ਠੀਕ ਹੀ ਕਹਿ ਰਹੇ ਨੇ ਕਿ ਧੋਖਾ ਹੈ। ਦੇਖੋ ਸੁਖਵਿੰਦਰ ਜੀ, ਮੈਂ ਤਾਂ ਉਹ ਗੱਲ ਪਹਿਲਾਂ ਹੀ ਕਹਿ ਦਿੱਤੀ ਕਿ ਵਿਰੋਧੀਆਂ ਨੇ ਤਾਂ ਆਪਣੀ ਭੂਮਿਕਾ ਨਿਭਾਉਣੀ ਆ। ਹਮੇਸ਼ਾ ਵਿਰੋਧੀ ਧਿਰ ਦੀ ਇਹੋ ਹੀ ਭੂਮਿਕਾ ਰਹੀ ਹੈ ਕਿ ਸਰਕਾਰ ਦੇ ਕਿਸੇ ਵੀ ਬਜਟ ਨੂੰ ਉਹਨਾਂ ਨੇ ਲੋਕ ਪੱਕੀ ਬਜਟ ਨਹੀਂ ਕਹਿਣਾ ਹੁੰਦਾ। ਹਾਂ, ਵਿਰੋਧੀਆਂ ਦੇ ਸ਼ਬਦਾਂ 'ਚ ਅਸੀਂ ਕਹਿ ਸਕਦੇ ਹਾਂ ਕਿ ਹਾਂ ਭਾਈ ਮਹਿਲਾਵਾਂ ਨੂੰ ਜਿਹੜੀ ਇਹ ਗਰੰਟੀ ਦਿੱਤੀ ਇਹ ਕਿਉਂ ਨਹੀਂ ਪੂਰੀ ਹੋਈ। ਬਿਲਕੁਲ ਧੋਖਾ ਹੈਗਾ, ਪੰਜਾਬ ਦੇ ਲੋਕਾਂ ਨਾਲ ਧੋਖਾ ਹੈਗਾ। ਮੈਂ ਤਾਂ ਕੱਲ ਹਰਪਾਲ ਸਿੰਘ ਚੀਮਾ ਦੀ ਆਪਣੇ ਸੁਖਵਿੰਦਰ ਜੀ ਉਹ ਸਟੇਟਮੈਂਟ ਸੁਣ ਕੇ ਹੈਰਾਨ ਰਹਿ ਗਿਆ ਕਿ ਉਸਨੇ ਇਸ ਸਟੇਟਮੈਂਟ ਨੂੰ ਕਿਸ ਤਰੀਕੇ ਨਾਲ ਤੋੜ ਮਰੋੜ ਕੇ ਉਧਰ ਦਾ ਉਧਰ ਜੋੜ ਦਿੱਤਾ, ਕਿਉਂਕਿ ਜਦੋਂ ਚੋਣਾਂ ਤੋਂ ਪਹਿਲਾਂ ਤੁਸੀਂ ਇਹ ਗੱਲਾਂ ਨਹੀਂ ਸਨ ਕੀਤੀਆਂ। ਹਾਂ, ਮੈਂ ਆਪਣੇ ਪੱਧਰ ਤੇ ਇਹ ਗੱਲ ਕਹਾਂ ਤਾਂ ਮੈਂ ਜ਼ਰੂਰ ਕਹਾਂਗਾ ਕਿ ਹਰਪਾਲ ਸਿੰਘ ਚੀਮਾ ਦੀ ਆਧਾਰ ਉਹਦੀ ਬੋਲਬਾਣੀ ਦੇ ਆਧਾਰ ਤੋਂ ਵਾਕਿਆ ਹੀ ਇਹ ਪੰਜਾਬ ਦੇ ਲੋਕਾਂ ਦਾ ਧੋਖਾ ਹੈਗਾ, ਖਾਸ ਤੌਰ ਤੇ ਪੰਜਾਬ ਦੀਆਂ ਮਹਿਲਾਵਾਂ ਦਾ। ਮੈਂ ਵਿਰੋਧੀ ਧਿਰ ਦੇ ਬਹਾਵ ਤੇ ਨਹੀਂ ਗੱਲ ਕਰਾਂਗਾ, ਮੈਂ ਜਦੋਂ ਵੀ ਆਪਣੀ ਸੋਚ ਜਾਂ ਸਮਝ ਅਨੁਸਾਰ ਨਹੀਂ ਗੱਲ ਕਹੂੰਗਾ ਕਿ ਬਿਲਕੁਲ ਹਰਪਾਲ ਸਿੰਘ ਚੀਮਾ ਦੀ ਇਹ ਜਿਹੜੀ ਸਟੇਟਮੈਂਟ ਆ, ਹਾਂਜੀ ਜੀ ਵੇਖੋ ਜਿੱਥੋਂ ਲੜਕੀਆਂ ਪੜ੍ਹਨਗੀਆਂ ਤੇ ਉਹ ਵੀ ਤਾਂ ਇਹਨਾਂ ਦੀ ਸਹੂਲਤ ਹੀ ਆ। ਮਤਲਬ ਆ ਇੱਕ ਵਿੱਤ ਮੰਤਰੀ ਦਾ ਇਹ ਬਿਆਨ ਜਿਹੜਾ ਇਹ ਸਾਫ਼ ਸਰਕਾਰ ਦੀ ਉਸ ਮਨਸ਼ਾ ਨੂੰ ਸਾਫ਼ ਕਰਦਾ ਕਿ ਸਰਕਾਰ ਦੇ ਮਨ ਵਿੱਚ ਕੀ ਆ ਕਿ ਜਾਂ ਸਰਕਾਰ ਕੋਲ ਦੇਣ ਨੂੰ ਹੀ ਕੱਖ ਨਹੀਂ ਆ। ਉਹ ਸਰਕਾਰ ਜਿਹੜੀ ਇਸ਼ਤਿਹਾਰ ਵੀ ਸਰਕਾਰੀ ਜਿਹੜਾ ਲੋਨ ਲੈ ਕੇ ਪੰਜਾਬ ਦੇ ਸਿਰ ਤੇ ਬਾਕੀ ਅਖਬਾਰਾਂ 'ਚ ਇਸ਼ਤਿਹਾਰ ਦੇ ਰਹੀ ਆ, ਤਾਂ ਇਸ ਪੈਸੇ ਦੇ ਸਿਰ ਤੇ ਹਿਮਾਚਲ ਦੇ ਵਿੱਚ ਚੋਣਾਂ ਲੜਦੀ ਪਈ ਹੈ। ਇਸ ਤੋਂ ਵੱਡਾ ਹੋਰ ਪੰਜਾਬ ਦੇ ਲੋਕਾਂ ਦਾ ਧੋਖਾ ਕੀ ਹੋ ਸਕਦਾ। ਮੈਂ ਤਾਂ ਧੋਖੇ ਦੀਆਂ ਇੱਕ ਗੱਲ ਨਹੀਂ ਕੀਤੀ, ਮੈਂ ਤਾਂ ਉਹ ਧੋਖੇ ਦੀਆਂ ਗੱਲਾਂ ਦੱਸੀਆਂ ਨੇ ਕਿ ਜਿਹਦੇ ਨਾਲ ਪੰਜਾਬ ਦਾ ਹਰ ਨੌਜਵਾਨ ਇਹਨਾਂ ਵੱਲ ਵੇਖਦਾ ਪਿਆ, ਕਿਉਂਕਿ ਜਿਸ ਤਰੀਕੇ ਨਾਲ ਇਹਨਾਂ ਨੇ ਵਾਅਦੇ ਤੇ ਦਾਅਵੇ ਕੀਤੇ ਸਨ, ਉਹ ਦਾਅਵੇ ਤੇ ਵਾਅਦੇ ਬਿਲਕੁਲ ਫੋਕੇ ਦਿੱਤੇ ਨੇ। ਸੁਖਿੰਦਰ ਜੀ, ਮੈਂ ਇੱਕ ਗੱਲ ਹੋਰ ਤੁਹਾਡੇ ਨਾਲ ਸੰਗਰੂਰ ਦੀ ਗੱਲ ਲੱਗਾ ਕਰ। ਸੰਗਰੂਰ ਹਮੇਸ਼ਾ ਬਦਲਾਵ ਦੀ ਨਿਸ਼ਾਨੀ ਰਿਹਾ, ਕੇਵਲ ਭਗਵੰਤ ਮਾਨ ਜਾਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਹੀ ਸੰਬੰਧਿਤ ਬਦਲਾਵ ਨਹੀਂ ਹੋਇਆ। ਪਰਜਾ ਮੰਡਲ ਜਦੋਂ ਲਹਿਰ ਚੱਲਦੀ ਹੈ ਉਹ ਵੀ ਸੰਗਰੂਰ ਦੇ ਮਾਲਵੇ ਦੇ ਇਸ ਖੇਤਰ ਨੂੰ ਚੱਲਦੀ ਹੈ। ਉਸ ਤੋਂ ਇਲਾਵਾ ਕਿੰਨੀਆਂ ਲਹਿਰਾਂ ਨੇ ਜਿਹੜੀਆਂ ਇਸ ਮਾਲਵੇ ਦੇ ਖੇਤਰ ਤੋਂ ਚੱਲੀਆਂ, ਉੱਗੀਆਂ ਤੇ ਉਹਨਾਂ ਨੇ ਵਿਕਸਿਤ ਕੀਤਾ ਤੇ ਪੰਜਾਬ ਦੇ ਮੁਹਾਂਦਰੇ ਨੂੰ ਉਹਨਾਂ ਨੇ ਬਦਲਿਆ। ਤੇ ਜੇਕਰ ਇਹ ਹੁਣ ਇੱਕ ਸ਼ੁਰੂਆਤ ਇਹ ਵੀ ਗੱਲ ਆ ਕਿ ਜੇਕਰ ਇਹਨਾਂ 5 ਸਾਲਾਂ ਦੇ ਵਿੱਚ, 5 ਸਾਲ ਤਾਂ ਬਹੁਤ ਦੂਰ ਹੈ, ਜੇਕਰ ਇਹਨਾਂ 6 ਮਹੀਨਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਦੇ ਹੱਕ ਦੇ ਵਿੱਚ, ਲੋਕਾਂ ਦੇ ਪੱਖ ਦੇ ਵਿੱਚ ਨਾ ਵਿਚਰਨਾ ਸ਼ੁਰੂ ਕੀਤਾ, ਤਾਂ ਮੇਰਾ ਨਹੀਂ ਖਿਆਲ ਕਿ ਇਹ ਸਰਕਾਰ ਪੂਰੀ 5 ਸਾਲ ਕੱਢੇ। ਇਹ ਇੱਕ ਮੇਰਾ ਖਿਆਲ 2-2.5 ਸਾਲਾਂ ਦੇ ਵਿੱਚ ਹੀ ਇਹ ਕੰਮ ਜਿਹੜਾ ਨਾ ਇਹਦਾ ਖਤਮ ਹੋ ਜਾਊਗਾ। ਪਟਾਕਾ ਜਿਹੜਾ ਉਹ ਜਿਸ ਤਰੀਕੇ ਦੀ ਫਰਸਟ੍ਰੇਸ਼ਨ ਲੋਕਾਂ ਦੀ ਇਸ ਸਰਕਾਰ ਦੇ, ਯਾਨੀ ਆਪਾਂ ਕਹਿ ਦਿੰਦੇ ਹਾਂ ਕਿ ਸੰਗਰੂਰ ਜਿਮਨੀ ਚੋਣ ਦੇ ਰਿਜ਼ਲਟ ਤੋਂ ਬਾਅਦ ਤੇ ਬਜਟ ਪੇਸ਼ ਕਰਨ ਤੋਂ ਬਾਅਦ ਰਾਤੋਂ ਰਾਤ ਜਿਹੜੇ ਹਾਲਾਤ ਆ ਉਹ ਆਮ ਆਦਮੀ ਪਾਰਟੀ ਦੇ ਸਿਆਸਤ ਦੇ ਜਿਹੜੇ ਬਦਲ ਗਏ ਆ। ਰਾਤੋਂ ਰਾਤ ਖਿਲਾਫਤ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਸ਼ੁਰੂ ਹੋ ਗਈ ਹੈ ਲੋਕਾਂ ਦੇ ਅੰਦਰ। ਬਿਲਕੁਲ ਜੀ, ਬਿਲਕੁਲ, ਕਿਉਂ ਨਹੀਂ ਇਹ ਗੱਲ ਕਹੀ ਜਾ ਸਕਦੀ। ਲੋਕ ਪਰੇਸ਼ਾਨ ਨੇ, ਲੋਕਾਂ ਨੇ ਇਸ ਗੱਲ ਨੂੰ ਦੇਖਿਆ ਆ ਕਿ ਕਿਸ ਤਰੀਕੇ ਨਾਲ ਲੋਕ ਜਿਹੜੀ ਸੰਗਰੂਰ ਦੀ ਜਿਮਨੀ ਚੋਣ ਆ, ਤੁਸੀਂ ਇਸ ਨੂੰ ਇੱਕ ਮਹਿਜ ਚੋਣ ਨਾ ਸਮਝੋ। ਲੋਕਾਂ ਦਾ ਗੁੱਸਾ ਜਿਹੜਾ ਇਸ ਸਰਕਾਰ ਦੇ ਪ੍ਰਤੀ ਉਹ ਤੁਸੀਂ ਵੇਖ ਸਕਦੇ। ਇਹਦੇ ਵਿੱਚ ਮੂਸੇਵਾਲ ਦਾ ਕਤਲ ਜਾਂ ਇਹੋ ਜਿਹੀਆਂ ਗੱਲਾਂ ਹੋ ਸਕਦਾ ਕਿ ਇਹ ਗੱਲਾਂ ਵੀ ਹੋਣ, ਸ਼ਾਇਦ ਇਹ ਸਾਡੇ ਪ੍ਰੋਗਰਾਮ ਦਾ ਹਿੱਸਾ ਨਹੀਂ ਆ, ਪਰ ਸਭ ਤੋਂ ਜ਼ਿਆਦਾ ਜੇਕਰ ਆਮ ਆਦਮੀ ਪਾਰਟੀ ਨੂੰ ਸੱਟ ਲੱਗੀ ਆ ਜੇ ਇਹਦੇ ਵਿੱਚ ਲੋਕਾਂ ਨੇ ਸਬਕ ਸਿਖਾਇਆ ਤਾਂ ਦੋ ਗੱਲਾਂ ਕਰਕੇ। ਇੱਕ ਕੇਜਰੀਵਾਲ ਦੀ ਅਣਅਲਾਦੀ ਜਿਹੜੀ ਇਹਦੇ ਵਿੱਚ ਇੰਟਰਫੇਅਰੈਂਸ ਆ ਪੰਜਾਬ ਦੇ ਮਸਲਿਆਂ ਤੇ, ਤੇ ਦੂਜਾ ਰਾਘਵ ਚੱਡਾ ਦੀ ਜਿਹੜੀ ਬਤੌਰ ਰਾਜ ਸਭਾ ਮੈਂਬਰ ਜਿਹੜੀ ਨਿਯੁਕਤੀ ਹੋਈ ਹੈ। ਇਹਨਾਂ ਦੋ ਚੀਜ਼ਾਂ ਨੂੰ ਪੰਜਾਬੀਆਂ ਨੇ ਇਹ ਸੂਰਤ ਵਿੱਚ ਟਾਲਰੇਟ ਨਹੀਂ ਕੀਤਾ, ਤਾਂ ਇਹੋ ਹੀ ਕਾਰਨ ਆਮ ਆਦਮੀ ਪਾਰਟੀ ਨੂੰ ਪਹਿਲਾ ਝਟਕਾ ਜਿਹੜਾ ਉਹਨਾਂ ਨੇ ਦੇ ਦਿੱਤਾ। ਚਲੋ ਇਹਦੇ ਸੰਬੰਧੀ ਆਪਾਂ ਫਿਰ ਗੱਲ ਕਰਾਂਗੇ ਜੀ ਸੁਖਵਿੰਦਰ ਜੀ। ਅਗਲੀ ਖਬਰ ਜਿਹੜੀ ਆਪਾਂ ਲੈ ਲਈਏ ਅਣਖੀ ਸਾਹਿਬ, ਅਗਲੀ ਖਬਰ ਭਾਜਪਾ ਜਿਹੜੀ ਆ ਪੂਰੇ ਦੇਸ਼ ਦੀ ਸਿਆਸਤ ਦੇ ਅੰਦਰ ਜਿਹੜੀ ਹੈ ਉਹ ਖਿੱਚੋਤਾਣ ਪੈਦਾ ਕਰਕੇ ਰੱਖਦੀ ਹੈ। ਆਪਣੀ ਸਰਕਾਰ ਬਣਾਉਣ ਦੇ ਲਈ ਕੁਝ ਵੀ ਜਿਹੜੀ ਆ ਕਰ ਸਕਦੀ ਹੈ। ਉਧਰ ਪਤਾ ਲੱਗਿਆ ਕਈ ਦਿਨਾਂ ਤੋਂ ਖਿੱਚੋਤਾਣ ਮਹਾਰਾਸ਼ਟਰ ਦੇ ਵਿੱਚ ਵੀ ਚੱਲ ਰਹੀ ਹੈ। ਇੱਕ ਤੋਂ ਬਾਅਦ ਇੱਕ ਵਿਧਾਇਕ, ਫਿਰ ਕੁਝ ਵਿਧਾਇਕ, ਫਿਰ ਕੁਝ ਵਿਧਾਇਕ, ਜਿਹੜੀ ਬਾਕੀ ਜਿਹੜੀ ਵਿਧਾਇਕਾਂ ਦੀ ਗਿਣਤੀ ਹੈ ਸ਼ਿਵ ਸੈਨਾ ਦੀ ਉਹ ਜਿਹੜੀ ਲਗਾਤਾਰ ਵੱਧਦੀ ਜਾ ਰਹੀ ਹੈ। 39 ਵਿਧਾਇਕ ਜਿਹੜੇ ਹੁਣ ਤੱਕ ਬਾਗੀ ਹੋ ਚੁੱਕੇ ਨੇ ਤੇ ਉਹਨਾਂ ਨੂੰ ਕਹਿੰਦੇ ਹੁਣ ਸੁਪਰੀਮ ਕੋਰਟ ਦੇ ਵੱਲੋਂ ਥੋੜੀ ਜਿਹੀ ਰਾਹਤ ਵੀ ਮਿਲੀ ਹੈ। ਕੀ ਉਹ ਰਾਹਤ ਹੈ ਔਰ ਕੀ ਉਹ ਬਾਗੀ ਵਿਧਾਇਕ ਬੀਜੇਪੀ ਦੀ ਸ਼ਰਨ ਦੇ ਵਿੱਚ ਨੇ? ਕੀ ਇਹ ਵੀ ਬੀਜੇਪੀ ਦੀ ਹੀ ਗੇਮ ਹੈਗੀ ਆ? ਕਿਉਂਕਿ ਜਿਹੜੇ
ਸੰਜੇ ਰਾਉਤ ਸ਼ਿਵ ਸੈਨਾ ਦੇ ਹੀ ਆ, ਉਹ ਇਹਨਾਂ ਬਾਗੀ ਵਿਧਾਇਕਾਂ ਦੇ ਖਿਲਾਫ ਬੋਲਦੇ ਆ ਤੇ ਭਾਜਪਾ ਦੇ ਖਿਲਾਫ ਬੋਲਦੇ ਆ। ਉਹਨਾਂ ਦੇ ਖਿਲਾਫ ਜਿਹੜੇ ਆ ਸਮਨ ਈਡੀ ਦੇ ਵੱਲੋਂ ਆ ਜਾਂਦੇ, ਉਹਨਾਂ ਦੇ ਖਿਲਾਫ ਜਾਂਚ ਆ ਜਾਂਦੀ ਹੈ, ਕਿਉਂਕਿ ਉਹ ਬਾਗੀ ਵਿਧਾਇਕਾਂ ਦੇ ਖਿਲਾਫ ਜਿਹੜੇ ਲੋਕਾਂ ਨੂੰ ਭੜਕਾ ਰਹੇ ਜਾਂ ਉਹਨਾਂ ਦੇ ਇਹੋ ਜਿਹੀਆਂ ਗੱਲਾਂ ਬਾਤਾਂ ਸਾਹਮਣੇ ਆਈਆਂ। ਤਾਂ ਕੀ ਲੱਗਦਾ ਹੈ ਕਿ ਇਹ ਵੀ ਪਤਾ ਲੱਗਿਆ ਕਿ ਕੁਝ ਕੁ ਬਾਗੀ ਵਿਧਾਇਕਾਂ ਨੂੰ ਜਿਹੜੇ ਉਧਰਲੇ ਪਾਸੇ ਜਾਣ ਵਾਲੇ ਜਾਂ ਚਲੇ ਗਏ ਆ, ਵਾਈ ਸੁਰੱਖਿਆ ਵੀ ਕਹਿੰਦੇ ਦੇ ਦਿੱਤੀ ਗਈ ਹੈ ਭਾਜਪਾ ਦੇ ਵੱਲੋਂ। ਕਿਵੇਂ ਦੇਖਦੇ ਹੋ ਕਿ ਵਾਕਈ ਹੀ ਇਹ ਵੀ ਭਾਜਪਾ ਦੀ ਗੇਮ ਹੈ, 39 ਵਿਧਾਇਕ ਉਧਰ ਜਾ ਰਹੇ ਨੇ? ਸੁਖਵਿੰਦਰ ਜੀ, ਮਹਾਰਾਸ਼ਟਰ ਦੇ ਵਿੱਚ ਜਦੋਂ ਦੀ ਸਰਕਾਰ ਕਾਂਗਰਸ ਦੀ ਔਰ ਸ਼ਿਵ ਸੈਨਾ ਦੇ ਐਨਸੀਪੀ ਦੇ ਗੱਠਜੋੜ ਦੀ ਬਣੀ ਆ, ਉਦੋਂ ਤੋਂ ਹੀ ਭਾਜਪਾ ਦੀਆਂ ਜਿਹੜੀਆਂ ਨਜ਼ਰਾਂ ਨੇ ਉਹ ਮਹਾਰਾਸ਼ਟਰ ਸਰਕਾਰ ਦੇ ਉੱਤੇ ਟਿਕੀਆਂ ਰਹੀਆਂ ਨੇ। ਪਰ ਉੱਥੇ ਕਿਉਂਕਿ ਸ਼ਿਵ ਸੈਨਾ ਦਾ ਇੱਕ ਮਜ਼ਬੂਤ ਆਧਾਰ ਆ, ਉਹਦੀ ਦਾਲ ਜਿਹੜੀ ਆ ਭਾਰਤੀ ਜਨਤਾ ਪਾਰਟੀ ਦੀ ਗਲੀ। ਹੁਣ 39 ਜਿਹੜੇ ਵਿਧਾਇਕ ਨੇ ਏਕਨਾਥ ਸ਼ਿੰਦੇ ਦੀ ਅਗਵਾਈ ਦੇ ਵਿੱਚ ਬੀਤੇ 10-15 ਦਿਨਾਂ ਤੋਂ ਉਹ ਬਗਾਵਤ ਕਰਨ ਦੇ ਮੂਡ 'ਚ ਨੇ। ਕਦੇ ਉਹ ਅਸਾਮ 'ਚ ਉਹਨਾਂ ਨੂੰ ਲਿਜਾਇਆ ਜਾਂਦਾ, ਅਸਾਮ 'ਚ ਚਲੇ ਗਏ, ਕਿਉਂਕਿ ਅਸਾਮ ਦੇ ਵਿੱਚ ਇਸ ਵੇਲੇ ਬੀਜੇਪੀ ਦੀ ਸਰਕਾਰ ਹੈਗੀ ਹੈ। ਉੱਥੇ ਜਾ ਕੇ ਉਹਨਾਂ ਨੂੰ ਜਿਹੜੀ ਸੁਰੱਖਿਆ ਦਿੱਤੀ ਗਈ, ਹੋਟਲਾਂ ਦੇ ਵਿੱਚ ਠਹਿਰਾਇਆ ਗਿਆ। ਤਾਂ ਏਕਨਾਥ ਸ਼ਿੰਦੇ ਨੇ ਉੱਥੇ ਜਿਹੜਾ ਮੁੱਦਾ ਜਿਹੜਾ ਚੁੱਕਿਆ, ਅਗਵਾਈ ਜਿਹੜੀ ਕਰ ਰਹੇ ਆ। ਤਾਂ ਅਗਵਾਈ ਜਿਹੜੀ ਹੈ ਇਸ ਪੱਖ ਤੋਂ ਆ ਕਿ ਇਹ ਗੱਲ ਕਰੇ ਕਿ ਸ਼ਿਵ ਸੈਨਾ ਆਪਣੇ ਨਰੋਲ ਹਿੰਦੂਤਵ ਦੇ ਏਜੰਡੇ ਤੋਂ ਜਿਹੜੀ ਹੈ ਦੂਰ ਜਾ ਚੁੱਕੀ ਹੈ। ਇਹੋ ਜਿਹੀਆਂ ਗੱਲਾਂ ਨੇ। ਬਾਕੀ ਜਿਹੜੀਆਂ ਗੱਲਾਂ ਨੇ ਅੰਦਰ ਦੀਆਂ ਗੱਲਾਂ ਤਾਂ ਹੋਰ ਨੇ, ਕਿਉਂਕਿ ਭਾਜਪਾ ਦੀ ਉਹਦੇ ਵਿੱਚ ਸਿੱਧੀ ਇੰਟਰਫੇਰੈਂਸ ਆ। ਭਾਜਪਾ ਉੱਥੇ ਸਰਕਾਰ ਬਣਾਉਣ ਦੇ ਮੂਡ 'ਚ ਹੈ, ਜਿਸ ਤਰੀਕੇ ਨਾਲ ਕਰਨਾਟਕਾ ਦੇ ਵਿੱਚ ਵੀ ਇੱਕ ਦੌਰ ਇਦਾਂ ਦਾ ਸੀ ਜਿੱਥੇ ਇਹਨਾਂ ਨੇ ਸਰਕਾਰ ਬਣਾਈ। ਤਾਂ ਹੁਣ ਜਿਹੜੀਆਂ ਨਜ਼ਰਾਂ ਨੇ ਉਹ ਮਹਾਰਾਸ਼ਟਰ ਦੇ ਉੱਤੇ। ਹੁਣ 39 ਵਿਧਾਇਕ ਜਿਹੜੇ ਨੇ, ਜੇ ਏਕਨਾਥ ਸ਼ਿੰਦੇ ਦੀ ਜਿਹੜੀ ਗੱਲਬਾਤ ਚੱਲ ਰਹੀ ਪਈ ਉਹਦੇ ਅਧਿਕਾਰ ਦੇ ਵਿੱਚ ਸੰਜੇ ਰਾਉਤ ਨੇ ਮਨਾਉਣ ਦਾ ਯਤਨ ਕੀਤਾ ਔਰ ਬੜੀ ਵੱਡੀ ਉਹਨੇ ਟਿੱਪਣੀ ਕੀਤੀ ਕਿ ਅਸਾਮ ਤੋਂ 40 ਲਾਸ਼ਾਂ ਆਉਣਗੀਆਂ ਤਾਂ ਦੇਖਣਾ ਕਿ ਉਹਨਾਂ ਦਾ ਪੋਸਟਮਾਰਟਮ ਜਿਹੜਾ ਕੀਤਾ ਜਾਏਗਾ। ਹੁਣ ਇਹ ਜਿਹੜੀ ਟਿੱਪਣੀ ਜਦੋਂ ਉਹਨਾਂ ਨੇ ਕੀਤੀ ਤਾਂ ਉਹਨਾਂ ਨੂੰ ਪੁੱਛਿਆ ਗਿਆ, ਉਹਨਾਂ ਨੇ ਕਿਹਾ ਕਿ ਨਹੀਂ ਮੈਂ ਤਾਂ ਇਹ ਕਹੇ ਕਿ ਜਿਨ੍ਹਾਂ ਦੀਆਂ ਜ਼ਮੀਨਾਂ ਮਰ ਗਈਆਂ ਹੋਣਗੀਆਂ ਉਹ ਜਿਉਂਦੀਆਂ ਜਾਗਦੀਆਂ ਲਾਸ਼ਾਂ ਹੋਣਗੀਆਂ। ਇਸ ਸੰਬੰਧ ਦੇ ਵਿੱਚ ਉਹਨਾਂ ਦੀ ਇਹ ਟਿੱਪਣੀ ਸੀ। ਪਰ ਕਿਉਂਕਿ ਇਸ ਵੇਲੇ ਹਾਲਾਤ ਉੱਥੇ ਇਹੋ ਜਿਹੇ ਨੇ ਤਾਂ ਭਾਜਪਾ ਪੂਰਨ ਤੌਰ ਤੇ ਆਪਣਾ ਜਿਹੜਾ ਆ ਏਜੰਡਾ ਲੈ ਕੇ ਚੱਲੀਏ ਕਿ ਕਿਸੇ ਨਾ ਕਿਸੇ ਸੂਰਤ 'ਚ ਆਪਾਂ ਸਰਕਾਰ ਬਣਾਉਣੀ ਆ। 39 ਵਿਧਾਇਕ ਜੇਕਰ ਨਾਲ ਆ ਜਾਂਦੇ ਤਾਂ ਭਾਜਪਾ ਸੌਖੇ ਤਰੀਕੇ ਨਾਲ ਸਰਕਾਰ 'ਚ ਵੀ ਬਣਾ ਸਕਦੀ ਹੈ। ਪਰ ਉੱਥੇ ਜਿਹੜਾ ਦਲ ਬਦਲੂ ਜਿਹੜਾ ਹੈਗਾ ਆ ਉਹ ਐਕਟਿਵ ਹੋ ਜਾਂਦਾ। ਤਾਂ ਇਸੇ ਹੀ ਕਾਰਨ ਸੰਜੇ ਰਾਉਤ ਨੇ ਇਹ ਗੱਲ ਕਹੀ ਕਿ ਅਸੀਂ ਸੜਕੀ ਤੇ ਕਾਨੂੰਨੀ ਲੜਾਈ ਜਿਹੜੀ ਆ ਪੂਰਨ ਤੌਰ ਤੇ ਲੜਨ ਨੂੰ ਤਿਆਰ ਹੈਗੀ ਆ। ਤਾਂ ਉਹ ਰਾਹਤ ਜਿਹੜੀ ਹੈ ਸੁਪਰੀਮ ਕੋਰਟ ਨੇ, ਇਹ ਜਦੋਂ ਵਿਧਾਇਕ ਹੁਣ ਸੁਪਰੀਮ ਕੋਰਟ 'ਚ ਚਲੇ ਗਏ, ਇਹਨਾਂ ਨੇ ਆਪਣਾ ਪੱਖ ਤੇ ਇਹ ਪੇਸ਼ ਕੀਤਾ ਕਿ ਸਾਨੂੰ ਦੱਸਿਆ ਜਾਵੇ ਕਿ ਅਸੀਂ ਜੇਕਰ ਛੱਡਦੇ ਹਾਂ ਤਾਂ ਸਾਨੂੰ ਕੀ ਵਿਧਾਨ ਸਭਾ ਦੇ ਵਿੱਚ ਇੱਕ ਵੱਖਰੀ ਪਾਰਟੀ ਵਜੋਂ ਮਾਨਤਾ ਦਿੱਤੀ ਜਾ ਸਕਦੀ ਹੈ ਜਾਂ ਨਹੀਂ ਦਿੱਤੀ ਜਾ ਸਕਦੀ। ਇਹ ਉੱਥੇ ਅੜਿਕਾ ਉਹਨਾਂ ਨੇ ਪਾਇਆ ਸਪੀਕਰ ਨੇ। ਤਾਂ ਜਦੋਂ ਫਿਰ ਇਹ ਸਾਰੀ ਗੱਲ ਹੁਣ ਸੁਪਰੀਮ ਕੋਰਟ 'ਚ ਪਹੁੰਚੀ ਹੈ ਤਾਂ ਸੁਪਰੀਮ ਕੋਰਟ ਨੇ 11 ਜੁਲਾਈ ਤੱਕ ਇਹਨਾਂ ਵਿਧਾਇਕਾਂ ਨੂੰ ਇਹ ਰਾਹਤ ਦਿੱਤੀ ਹੈ ਕਿ 11 ਜੁਲਾਈ ਤੱਕ ਤੁਸੀਂ ਕਿਸੇ ਵੀ ਪਾਰਟੀ ਦੇ ਨਾਲ ਤੁਹਾਡਾ ਕੀ ਸਮਝੌਤਾ ਹੁੰਦਾ, ਰਲਦਾ ਅਰਲੇਵਾ ਹੁੰਦਾ ਤਾਂ ਦੱਸੋ। ਜੇ ਤੁਸੀਂ ਕਿਸੇ ਦੇ ਨਾਲ ਮਿਲ ਕੇ ਚੱਲਦੇ ਜੇ ਤਾਂ ਦੱਸੋ ਤੁਹਾਡੀ ਅਸਲ ਭੂਮਿਕਾ ਜਿਹੜੀ ਉਹ ਹੈ। ਕਿ 11 ਜੁਲਾਈ ਤੱਕ ਉਹਨਾਂ ਰਾਹਤ ਦੇ ਦਿੱਤੀ ਹੈ। ਨਹੀਂ ਤੇ ਵਿਧਾਨ ਸਭਾ ਦਾ ਸਪੀਕਰ ਜਿਹੜਾ ਸੀ, ਮਹਾਰਾਸ਼ਟਰ ਵਿਧਾਨ ਸਭਾ ਦਾ ਸਪੀਕਰ, ਇਹਨਾਂ ਵਿਧਾਇਕਾਂ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਪੂਰਨ ਤੌਰ ਤੇ ਤਿਆਰ ਸੀ ਦਲ ਬਦਲੂ ਐਕਟ ਦੇ ਅਧੀਨ। ਹੁਣ ਇਹ ਗੱਲ ਪਤਾ ਲੱਗਾ ਕਿ ਉਹਨਾਂ ਦੇ ਜਿਹੜੇ 39 ਵਿਧਾਇਕ ਨੇ, ਇਹਨਾਂ ਦੀ ਇੱਕ ਪਾਸੇ ਜਿਹੜੀ ਗੱਲ ਆ, ਜਿਹੜੇ ਰਾਜ ਠਾਕਰੇ ਨੇ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਦੇ ਜਿਹੜੇ ਮੁਖੀ ਨੇ, ਉਹਨਾਂ ਨਾਲ ਵੀ ਗੱਲ ਚੱਲਦੀ ਪਈ ਆ। ਦੂਜੇ ਪਾਸੇ ਭਾਜਪਾ ਦੇ ਨਾਲ ਵੀ ਚੱਲਦੀ ਪਈ ਆ। ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਜਿਹੜਾ ਊਠਾ ਕਿਹੜੀ ਕਰਵਟ ਬੈਠਦਾ। ਪਰ ਇਸ ਵੇਲੇ ਜਿਹੜੇ ਮਹਾਰਾਸ਼ਟਰ ਦੇ ਹਾਲਾਤ ਨੇ, ਖਾਸ ਤੌਰ ਤੇ ਵਿਧਾਨ ਸਭਾ ਸ਼ਿਵ ਸੈਨਾ ਦੇ, ਉਹ ਬਹੁਤ ਮਾੜੇ ਆ। ਕਿਉਂਕਿ ਜ਼ਿਆਦਾ ਵਿਧਾਇਕ ਔਰ ਜਾਂ ਬੀਜੇਪੀ ਜਿਹੜੀ ਆ ਉਸ ਮੁੱਦੇ ਨੂੰ ਲੈ ਕੇ ਚੱਲਦੀ ਪਈ ਹੈ ਜਿਹੜੀ ਬਾਲਾ ਸਾਹਿਬ ਠਾਕਰੇ ਨੇ ਜਿਹੜੀ ਸ਼ੁਰੂ ਕੀਤੀ ਸੀ। ਤਾਂ ਇਹ ਕਿਹਾ ਜਾ ਰਿਹਾ ਕਿ ਉਧਵ ਠਾਕਰੇ ਉਸ ਚੀਜ਼ ਨੂੰ ਠੀਕ ਤਰੀਕੇ ਨਾਲ ਲੈ ਕੇ ਅੱਗੇ ਨਹੀਂ ਚੱਲ ਸਕਿਆ। ਸੋ ਇਹ ਸਾਰੇ ਸੰਦਰਭ ਦੇ ਵਿੱਚ ਬੀਜੇਪੀ ਦੇ ਨਾਲ ਆਪਣੀ ਚਾਲ ਤੇ ਚੱਲਣੀ ਚਾਹੀਦੀ ਹੈ। ਕਿਉਂਕਿ ਇਹ ਵੀ ਪਤਾ ਲੱਗਾ ਕਿ ਜੇਕਰ ਬੀਜੇਪੀ ਸਰਕਾਰ ਬਣਾਉਂਦੀ ਹੈ ਜਾਂ ਏਕਨਾਥ ਸ਼ਿੰਦੇ ਇਹਨਾਂ ਨਾਲ ਬੀਜੇਪੀ ਦੇ ਨਾਲ ਆਉਂਦੇ ਤੇ ਬਕਾਇਦਾ ਤੌਰ ਤੇ ਇਹਨਾਂ ਨੂੰ ਇਸ ਗਰੁੱਪ ਨੂੰ ਜਿਹੜੇ ਨੇ ਉਹਨਾਂ ਨੇ ਕਿਹਾ ਕਿ 8 ਕੈਬਨਿਟ ਰੈਂਕ ਜਿਹੜੇ ਉਹ ਦਿੱਤੇ ਜਾਣੇ, 2 ਮੰਤਰੀ ਜਿਹੜੇ ਨੇ ਕੇਂਦਰ ਦੇ ਵਿੱਚ ਵੀ ਇਹਨਾਂ ਨੂੰ ਪ੍ਰਤੀਨਿਧਤਾ ਜਿਹੜੀ ਦਿੱਤੀ ਜਾਊਗੀ ਤੇ ਡਿਪਟੀ ਮੁੱਖ ਮੰਤਰੀ ਦਾ ਅਹੁਦਾ ਵੀ ਜਿਹੜਾ ਆ ਉਹ ਏਕਨਾਥ ਸ਼ਿੰਦੇ ਨੂੰ ਮਿਲ ਸਕਦਾ ਪਿਆ। ਇਹ ਭਾਜਪਾ ਵੱਲੋਂ ਉਹ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੂੰ ਪੇਸ਼ਕਸ਼ ਜਿਹੜੀ ਆ ਕੀਤੀ ਗਈ ਆ। ਤਾਂ ਸੋ ਇਹੋ ਜਿਹੀ ਪੇਸ਼ਕਸ਼ ਜਦੋਂ ਮਿਲਦੀ ਹੋਵੇ ਤਾਂ ਸੁਖਵਿੰਦਰ ਜੀ ਕਿਹੜੇ ਬੰਦੇ ਦਾ ਦਿਲ ਨਹੀਂ ਕਰੂਗਾ ਕਿ ਲਾਲ ਬੱਤੀ ਵਾਲੀ ਗੱਡੀ 'ਚ ਬਹਿਣਾ, ਝੰਡੀ ਵਾਲੀ ਗੱਡੀ 'ਚ ਬਹਿਣਾ। ਹਰ ਬੰਦਾ ਤਾਂ ਇਨਸਾਨ ਹੀ ਹੈ ਨਾ। ਵਿਕਾਸ ਦੂਜੀਆਂ ਗੱਲਾਂ ਸਾਰੀਆਂ ਬਾਅਦ 'ਚ ਰਹਿ ਜਾਂਦੀਆਂ ਨੇ, ਬੰਦੇ ਦੇ ਨਿੱਜੀ ਹਿੱਤ ਜਿਹੜੇ ਸਾਹਮਣੇ ਆ ਜਾਂਦੇ। ਤੇ ਇਹ ਜਿਹੜੀ ਲੜਾਈ ਹੈ ਏਕਨਾਥ ਸ਼ਿੰਦੇ ਵੱਲੋਂ ਜਿਹੜੀ ਹਿੰਦੂਤਾ ਦੇ ਅਸਲ ਮੁੱਦੇ ਨੂੰ ਲੈ ਕੇ ਜਿਹਦੇ ਤੋਂ ਸ਼ਿਵ ਸੈਨਾ ਭਟਕ ਚੁੱਕੀ ਆ, ਉਹਦੇ ਕਹਿਣ ਅਨੁਸਾਰ ਜਿਹੜੀ ਲੜੀ ਜਾ ਰਹੀ ਹੈ, ਅਸਲ 'ਚ ਇਹਦੇ ਕਰਕੇ ਨਹੀਂ ਲੜੀ ਜਾ ਰਹੀ। ਲੜੀ ਇਸ ਕਰਕੇ ਜਾ ਰਹੀ ਆ
ਕਿਉਂਕਿ ਇਹ ਸਮਝਿਆ ਜਾਂਦਾ ਕਿ ਉद्धਵ ਠਾਕਰੇ ਨੇ ਬੀਤੇ 2.5 ਸਾਲਾਂ ਤੋਂ ਉਸ ਨੂੰ ਪੂਰਨ ਤੌਰ ਤੇ ਇਗਨੋਰ ਕੀਤਾ ਸੀ। ਕੋਈ ਵੀ ਅਫਸਰ ਉਸ ਦੀ ਗੱਲ ਨਹੀਂ ਸੀ ਮੰਨ ਰਿਹਾ, ਕੋਈ ਉਸ ਤੇ ਸਾਈਨ ਨਹੀਂ, ਉਹਦੀਆਂ ਫਾਈਲਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਪਿਆ ਸੀ। ਬਹੁਤ ਕੁਝ ਇਹੋ ਜਿਹਾ ਸੀ ਜਿਹੜਾ ਏਕਨਾਥ ਸ਼ਿੰਦੇ ਨੂੰ ਦੋਗਰਾ ਕੀਤਾ ਜਾ ਰਿਹਾ ਸੀ। ਇਹ ਉਸ ਘਟਨਾ ਦਾ ਸਿੱਟਾ ਹੈ ਜੀ। ਯਾਨੀ ਕਿ ਇਹ ਜਿਹੜੀ ਸਾਰੀ ਗੱਲਬਾਤ ਹੈ ਇਹ ਭਾਜਪਾ ਦੇ ਵੱਲੋਂ ਵੀ ਜਿਹੜੀ ਹੈ ਉਹ ਹੋ ਸਕਦੀ ਹੈ, ਤੇ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਖਿਲਾਫ ਆਪਣੀ ਹੀ ਪਾਰਟੀ ਦੇ ਖਿਲਾਫ ਖਿਲਾਫਤ ਹੋ ਰਹੀ ਹੈ ਔਰ ਪਾਰਟੀ ਦੇ ਹੱਕ ਦੇ ਵਿੱਚ ਬੋਲਣ ਵਾਲੇ ਲੋਕਾਂ ਦੇ ਖਿਲਾਫ ਈਡੀ ਦੀਆਂ ਕਾਰਵਾਈਆਂ ਜਿਹੜੀਆਂ ਹੋ ਰਹੀਆਂ, ਉਹ ਤੋਂ ਸਿੱਧ ਹੈ ਕਿ ਭਾਜਪਾ ਅੰਦਰ ਖਾਤੇ ਕਿਤੇ ਨਾ ਕਿਤੇ ਇਹ ਸਾਰਾ ਕੁਝ ਕਰ ਹੀ ਰਹੀ ਹੈਗੀ ਹੈ। ਤਾਂ ਅਗਲੀ ਖਬਰ ਆਪਾਂ ਲੈ ਲਈਏ ਅੰਸ਼ੀ ਸਾਹਿਬ। ਅਗਲੀ ਖਬਰ ਹੈ ਕਿ ਬਿਕਰਮ ਸਿੰਘ ਮਜੀਠੀਆ ਜਿਹੜੇ ਆ, ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਜਿਹੜੀ ਆ ਫਿਰ ਨਹੀਂ ਮਿਲੀ। ਉਹਨਾਂ ਨੂੰ ਹੁਣ 11 ਤਰੀਕ ਜਿਹੜੀ ਪਾ ਦਿੱਤੀ ਗਈ ਹੈ, 11 ਜੁਲਾਈ ਨੂੰ ਉਹਨਾਂ ਦੀ ਪੇਸ਼ੀ ਹੋਊਗੀ। ਫਿਲਹਾਲ ਜੇਲ੍ਹ ਦੇ ਵਿੱਚੋਂ ਉਹਨਾਂ ਦੀ ਜਿਹੜੀ ਆ ਉਹ ਪੇਸ਼ੀ ਹੋਈ ਸੀਗੀ ਤੇ ਹਾਲੇ ਵੀ ਉਹਨਾਂ ਨੂੰ ਜ਼ਮਾਨਤ ਨਹੀਂ ਮਿਲੀ। ਝਟਕਾ ਹੀ ਜਿਹੜਾ ਉਹ ਲੱਗਿਆ ਹੈ। ਤਾਂ ਉਧਰ ਸੁਖਬੀਰ ਸਿੰਘ ਬਾਦਲ ਯਾਨੀ ਕਿ ਬਾਦਲ ਪਰਿਵਾਰ ਦੇ ਲਈ ਕੱਲ ਦਾ ਦਿਲ ਜਿਹੜਾ ਰਲਿਆ ਮਿਲਿਆ ਰਿਹਾ ਦਿਨ, ਜਿਵੇਂ ਕਿ ਮਜੀਠੀਏ ਦੇ ਮਾਮਲੇ 'ਚ ਝਟਕਾ ਲੱਗਿਆ, ਉਹਨੂੰ ਜ਼ਮਾਨਤ ਨਹੀਂ ਮਿਲੀ, ਤਾਂ ਸਾਰਾ ਦਿਨ ਕੱਲ ਸੁਖਬੀਰ ਦੇ ਅਸਤੀਫੇ ਦੀਆਂ ਚਰਚਾਵਾਂ ਜਿਹੜੀਆਂ ਉਹ ਚੱਲਦੀਆਂ ਰਹੀਆਂ ਤੇ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਸੁਖਬੀਰ ਜਿਹੜੇ ਅਸਤੀਫਾ ਉਹ ਨਹੀਂ ਦੇ ਰਹੇ। ਬਲਵਿੰਦਰ ਸਿੰਘ ਭੁੰਦੜਵਾਲ ਨੇ ਸਾਫ਼ ਕੀਤਾ। ਤਾਂ ਫਿਰ ਕਿਵੇਂ ਦੇਖਦੇ ਹੋ ਕਿ ਇਹ ਅਸਤੀਫੇ ਦੀਆਂ ਖਬਰਾਂ ਉੱਡੀਆਂ ਕਿੱਥੋਂ, ਤਾਂ ਕਿ ਜੇ ਉੱਡੀਆਂ ਸੀ ਜਾਂ ਸੱਚੀਆਂ ਸੀ ਜਾਂ ਝੂਠੀਆਂ ਸੀ, ਜਾਂ ਫਿਰ ਸੁਖਬੀਰ ਸਿੰਘ ਬਾਦਲ ਹੀ ਮੁੱਕਰ ਗਏ ਅਸਤੀਫਾ ਦੇਣ ਤੋਂ? ਅੰਦਰ ਖਾਤੇ ਅਕਾਲੀ ਦਲ ਦੇ ਅੰਦਰ ਚੱਲ ਕੀ ਰਿਹਾ? ਕੀ ਲੱਗ ਰਿਹਾ ਹੈ ਕਿ ਸੁਖਬੀਰ ਤੋਂ ਅਸਤੀਫਾ ਅੰਦਰਲੇ ਖਾਤੇ ਮੰਗਿਆ ਜਾ ਰਿਹਾ? ਸੁਖਵਿੰਦਰ ਜੀ, ਅਕਾਲੀ ਰਾਜਨੀਤੀ ਦੀ ਸਾਫ਼ ਤੌਰ ਤੇ ਸਮੱਸਿਆ ਇਹ ਰਹੀ ਹੈ ਕਿ ਪ੍ਰਧਾਨਗੀ ਪਦ ਕਿਸੇ ਸੂਰਤ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਛੱਡਣਾ ਨਹੀਂ ਚਾਹੁੰਦਾ। ਇਹ ਉਹਨਾਂ ਦਾ ਇਤਿਹਾਸ ਹੈਗਾ। ਜਦੋਂ 2017 ਦੇ ਵਿੱਚ ਵੀ ਪਾਰਟੀ ਹਾਰਦੀ ਆ ਤਾਂ ਉਸ ਵਕਤ ਵੀ ਸੁਖਦੇਵ ਸਿੰਘ ਢੀਂਡਸਾ, ਸੇਵਾ ਸਿੰਘ ਸੀਖਵਾਂ, ਰਣਜੀਤ ਸਿੰਘ ਬ੍ਰਹਮਪੁਰਾ ਵਰਗੇ ਨੇਤਾਵਾਂ ਨੇ ਅਸਤੀਫੇ ਦੀ ਮੰਗ ਕੀਤੀ ਕਿ ਇਹ ਪਾਰਟੀ ਸਮਾਂ ਹੋਣਾ ਚਾਹੀਦਾ। ਅਸਤੀਫੇ ਦੀ ਜਦੋਂ ਮੰਗ ਕੀਤੀ ਤਾਂ ਉਸ ਵਕਤ ਕਹਿੰਦੇ ਆ ਕਿ ਜਿਹੜੇ ਸੁਖਬੀਰ ਸਿੰਘ ਬਾਦਲ ਹੀ ਭੁੱਬਾ ਮਾਰ ਕੇ ਅੰਦਰ ਰੋਪੇ ਦੇ ਗੁੱਸੇ 'ਚ ਕਿਹਾ ਠੀਕ ਆ ਮੈਂ ਦੇ ਦੇਣਾ, ਤੇ ਬੀਬੀ ਜਗੀਰ ਕੌਰ ਤੇ ਜਾ ਕੇ ਪਾਣੀ ਦਾ ਗਲਾਸ ਫੜਾਇਆ ਕਿ ਚਲੋ ਚਲੋ ਕੋਈ ਗੱਲ ਨਹੀਂ। ਸੋ ਇਹ 2017 ਦੇ ਵਿੱਚ ਵੀ ਇਹ ਮੰਗ ਉੱਠੀ ਤੇ ਅੱਜ ਜਦੋਂ ਪਿੱਛੇ ਆ 2022 ਦੀਆਂ ਜਦੋਂ ਚੋਣਾਂ ਹੋਈਆਂ ਨੇ ਉਹਦੇ ਵਿੱਚ ਵੀ ਇਹ ਗੱਲ, ਜਦੋਂ ਇਹ ਅਖਬਾਰ ਸਿੰਘ ਧੁੰਦਾ ਦੀ ਕਮੇਟੀ ਜਦੋਂ ਬਣਾਈ ਗਈ, ਉਹਨੇ ਵੀ ਉਸ ਸਿਫਾਰਸ਼ਾਂ ਦੇ ਵਿੱਚ ਕਿਹਾ ਕਿ ਇਸ ਪਰਿਵਾਰ ਨੂੰ ਹੁਣ ਮੁਕਤ ਹੋ ਜਾਣਾ ਚਾਹੀਦਾ। ਸੁਖਵਿੰਦਰ ਜੀ, ਅਸਲ 'ਚ ਗੱਲ ਇਹ ਆ, ਪੰਜਾਬ ਦੇ ਲੋਕਾਂ ਦੀ ਅਗਰ ਮੈਂ ਗੱਲ ਕਰਾਂ, ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਮਨਸਵੀ ਨਹੀਂ ਹੋ ਸਕਦਾ, ਕਦੇ ਵੀ ਤੁਸੀਂ ਇਹਨੂੰ ਮਨਫੀ ਕਰਕੇ ਨਹੀਂ ਵੇਖ ਸਕਦੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਦੇ ਵਿੱਚੋਂ। ਪਰ ਦੂਜੇ ਪਾਸੇ ਸਮੱਸਿਆ ਇਹ ਹੈ ਕਿ ਜਿਹੜੇ ਪੰਜਾਬ ਦੇ ਲੋਕ ਨੇ ਉਹ ਅੱਜ ਕੱਲ ਬਾਦਲ ਪਰਿਵਾਰ ਦੇ ਨਾਲ ਨਾਰਾਜ਼ ਨਹੀਂ ਆ, ਬਲਕਿ ਉਹਨੂੰ ਨਫ਼ਰਤ ਕਰਦੇ ਆ। ਇਹ ਕਲੀਅਰ ਕਰਕੇ ਮੈਂ ਦੋ ਗੱਲਾਂ ਕਹੀਆਂ ਨੇ, ਬਾਦਲ ਪਰਿਵਾਰ ਦਾ ਨਾਰਾਜ਼ ਨਹੀਂ ਆ ਪਰ ਨਫ਼ਰਤ ਉਹਨਾਂ ਦੀ ਇਸ ਹੱਦ ਤੱਕ ਆ ਕਿ ਇਸ ਬਾਦਲ ਪਰਿਵਾਰ ਨੂੰ ਉਹ ਟੋਲਰੇਟ ਹੀ ਨਹੀਂ ਕਰਦੇ। ਗੱਲਾਂ ਜਿਹੜੀਆਂ ਸੱਚੇ ਸੌਦੇ ਦੀ ਮਾਫੀ ਤੋਂ ਲੈ ਕੇ ਮਾਫੀਨਾਮਾ ਦੇਣ ਤੋਂ ਬਾਅਦ ਬਹੁਤ ਕੁਝ ਜਿਹੜੀਆਂ ਘਟਨਾਵਾਂ ਹੋਈਆਂ ਉਹਦੇ ਵਿੱਚ ਸਿੱਧਾ ਤਾਂ ਸਿੱਧਾ ਸੁਖਬੀਰ ਸਿੰਘ ਬਾਦਲ ਜਿਹੜਾ ਉਹ ਦੋਸ਼ੀ ਰਿਹਾ। ਲੋਕ ਪੰਜਾਬ ਦੇ ਇਹ ਸਮਝਦੇ ਤੇ ਤਾਂ ਕਰਕੇ ਲੋਕਾਂ ਦੀ ਨਫ਼ਰਤ ਇਸ ਵੇਲੇ ਉਸ ਹੱਦ ਤੱਕ ਪਹੁੰਚ ਚੁੱਕੀ ਆ ਕਿ ਜਿੱਥੇ ਸੁਖਬੀਰ ਸਿੰਘ ਬਾਦਲ ਨੂੰ ਖਲੋਤੇ ਆ ਉਹ ਉਧਰ ਲੋਕੀ ਮੋਹ ਹੀ ਨਹੀਂ ਕਰਦੇ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਲੋਕਾਂ ਦੀ ਅੱਜ ਵੀ ਉਸੇ ਤਰੀਕੇ ਦੀ ਜਿਹੜੀ ਸੋਚ ਹੈਗੀ ਹੈ ਜਿਹੜੀ ਪਹਿਲਾਂ ਸੀ। ਹੁਣ ਸੰਗਰੂਰ ਦੀ ਜਿਮਨੀ ਚੋਣ ਦੇ ਵਿੱਚ ਜਿਸ ਤਰੀਕੇ ਦੇ ਨਾਲ ਸੁਖਬੀਰ ਸਿੰਘ ਬਾਦਲ ਦਾ ਰੋਲ ਰਿਹਾ, ਅਕਾਲ ਤਖਤ ਦੇ ਜਿਸ ਤਰੀਕੇ ਦਾ ਜਥੇਦਾਰ ਨੂੰ ਉਹਨੇ ਵਰਤਿਆ, ਇਹ ਸਿਰਫ ਤੇ ਸਿਰਫ ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਸੀ, ਜਿਹਦੇ ਕਰਕੇ ਅਕਾਲ ਤਖਤ ਦਾ ਜਥੇਦਾਰ ਹਰਪ੍ਰੀਤ ਸਿੰਘ ਵੀ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕੇ। ਇਹ ਕਿਉਂ? ਕਿਉਂਕਿ ਉਸ ਪਾਸੇ ਸਿਮਰਨਜੀਤ ਸਿੰਘ ਮਾਨ ਸੀ। ਜੇ ਕੋਈ ਹੋਰ ਕੋਈ ਬੰਦਾ ਹੁੰਦਾ ਤਾਂ ਹੁਣ ਤੱਕ ਉਹਦੇ ਖਿਲਾਫ ਇਹਨਾਂ ਨੇ ਹੁਕਮਨਾਮਾ ਜਾਰੀ ਜ਼ਰੂਰ ਕਰਾ ਦਿੱਤਾ ਹੁੰਦਾ ਕਿ ਇਹਨੇ ਪੰਥ ਦੀਆਂ ਰਵਾਇਤਾਂ ਨੂੰ ਤੋੜਿਆ। ਤੇ ਸੋਸ਼ਲ ਮੀਡੀਆ ਦੇ ਉੱਤੇ ਕੱਲ ਦੀ ਇਹ ਵੀ ਗੱਲ ਚੱਲਦੀ ਪਈ ਹੈ ਕਿ ਜਥੇਦਾਰ ਸਾਹਿਬ ਅਜੇ ਤੱਕ ਬਿਆਨ ਕਿਉਂ ਨਹੀਂ ਆਇਆ। ਹੁਣ ਕਿਤੇ ਉਹ ਇਹ ਨਾ ਕਹਿ ਦੇਣ ਕਿ ਜਿਹੜੀ ਜਿੱਤ ਜਿਹੜੀ ਹੋਈ ਆ ਬੜੀ ਹੋਰ ਤਰੀਕੇ ਦੀ ਜਿੱਤ ਹੋਈ ਹੈ ਤੇ ਸ਼੍ਰੋਮਣੀ ਕਮੇਟੀ ਨੂੰ ਪ੍ਰਚਾਰਕ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਭੇਜਣੇ ਚਾਹੀਦੇ। ਇਹੋ ਜਿਹਾ ਬਿਆਨ ਵੀ ਜਥੇਦਾਰ ਸਾਹਿਬ ਦਾ ਆ ਸਕਦਾ, ਅਜੇ ਤੱਕ ਆਇਆ ਨਹੀਂ, ਕਿਉਂਕਿ ਜਥੇਦਾਰ ਨੇ ਜਿਸ ਤਰੀਕੇ ਨਾਲ ਧੁੰਵੀਕਰਨ ਵੋਟਾਂ ਦੀ ਕਰਨ ਦੀ ਕੋਸ਼ਿਸ਼ ਕੀਤੀ ਹੈ ਸੰਗਰੂਰ ਚੋਣ ਦੇ ਵਿੱਚ, ਉਹ ਵੀ ਭੂਮਿਕਾ ਲੋਕਾਂ ਨੂੰ ਯਾਦ ਹੈਗੀ ਹੈ। ਸੋ ਇਹ ਸਾਰੀਆਂ ਗੱਲਾਂ ਨੇ ਜਿਹੜਾ ਇੱਕ ਗੁੱਸਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਤੀ ਫੁੱਟਿਆ। ਇੱਕ ਇਸ ਗੱਲ ਐਂਟੀ ਸਾਹਿਬ ਕਹੀ ਜਾ ਰਹੀ ਹੈ ਕਿ ਇੱਕ 13 ਮੈਂਬਰੀ ਜਿਹੜੀ ਕਮੇਟੀ ਬਣਾਈ ਸੀ ਉਹਦੀ ਰਿਪੋਰਟ ਦੇ ਵਿੱਚ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਸੁਖਬੀਰ ਬਾਦਲ ਨੂੰ ਜਿਹੜਾ ਅਸਤੀਫਾ ਉਹ ਦੇ ਦੇਣਾ ਚਾਹੀਦਾ। ਇਹ ਗੱਲ ਜਿਹੜੀ ਪਤਾ ਲੱਗੀ ਆ, ਹਾਲਾਂਕਿ ਉਹਨੇ ਜਾਂਚ ਰਿਪੋਰਟ ਪੂਰੀ ਕਰ ਲਈ ਹੈ ਔਰ ਇਹਨਾਂ ਨੇ ਕਿਹਾ ਸੀ ਕਿ ਅਸੀਂ ਜਨਤਕ ਕਰਾਂਗੇ। ਹਾਲੇ ਤੱਕ ਉਹ ਜਨਤਕ ਵੀ ਨਹੀਂ ਕੀਤੀ ਗਈ। ਹਾਲੇ ਤੱਕ ਨਾ ਜਨਤਕ ਕੀਤਾ ਜਾਣਾ ਵੀ ਇਸੇ ਗੱਲ ਨੂੰ ਸਮਝਿਆ ਜਾ ਰਿਹਾ ਕਿ ਸ਼ਾਇਦ
ਉਹਦੇ ਵਿੱਚ ਵਾਕਈ ਹੀ ਇਹ ਗੱਲ ਮੰਨੀ ਗਈ ਹੈ, ਕਿਉਂਕਿ ਉਹ ਜਿਹੜੀ ਜਾਂਚ ਰਿਪੋਰਟ ਹੋਈ ਉਹਦੇ ਵਿੱਚ ਆਪਣੇ ਹੀ ਸ਼੍ਰੋਮਣੀ ਅਕਾਲੀ ਦਲ ਦੀ ਹੀ ਉਹ ਜਾਂਚ ਕਮੇਟੀ ਹੈ, 13 ਮੈਂਬਰੀ ਕਹਿੰਦੇ ਉਹ ਕਮੇਟੀ ਸੀਗੀ, ਸੁਖਬੀਰ ਦੇ ਵੱਲੋਂ ਹੀ ਜਿਹੜੀ ਆ ਉਹ ਬਣਾਈ ਗਈ ਸੀ। ਕਹਿੰਦੇ ਕਿ ਉਹਦੇ ਵਿੱਚ ਸਾਫ਼ ਤੌਰ ਤੇ ਇਹ ਗੱਲ ਕਹੀ ਗਈ ਹੈ, ਸੁਖਬੀਰ ਨੂੰ ਕਹਿੰਦੇ ਅਸਤੀਫਾ ਪ੍ਰਧਾਨਗੀ ਤੋਂ ਦੇ ਦੇਣਾ ਚਾਹੀਦਾ ਜਾਂ ਪ੍ਰਧਾਨ ਜਿਹੜਾ ਬਦਲਿਆ ਜਾਣਾ ਚਾਹੀਦਾ ਹੈ, ਤੇ ਕਹਿੰਦੇ ਇਸੇ ਕਰਕੇ ਹਾਲੇ ਤੱਕ ਉਹ ਜਨਤਕ ਨਹੀਂ ਕੀਤੀ ਗਈ। ਤਾਂ ਉਹਦੇ ਕਰਕੇ ਵੀ ਕਹਿੰਦੇ ਕੱਲ ਉਮੀਦ ਸੀਗੀ ਕਿ ਸ਼ਾਇਦ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਜਿਹੜਾ ਅਸਤੀਫਾ ਦੇ ਦੇਣਗੇ, ਤਾਂ ਸ਼ਾਇਦ ਇਹ ਗੱਲ ਜਿਹੜੀ ਉਹ ਨਹੀਂ ਬਣ ਪਾਈ ਜੀ। ਮੈਂ ਦੱਸਦਾ ਜੀ, ਬਿਲਕੁਲ ਅਖਬਾਰ ਸਿੰਘ ਧੁੰਦਾ ਦੀ ਕਮੇਟੀ ਚ ਬਣੀ, ਉਹਦੇ ਵਿੱਚ ਬਹੁਤ ਕਲੀਅਰ ਕੱਟ ਆ। ਤੇ ਜਦੋਂ ਹੁਣ ਬਲਦੇਵ ਸਿੰਘ ਬਲਵਿੰਦਰ ਸਿੰਘ ਭੂੰਦੜ ਦੀ ਜਿਹੜੀ ਕੱਲ ਦੀ ਪ੍ਰੈਸ ਕਾਨਫਰੰਸ ਸੀ, ਉਹਨਾਂ ਨੇ ਕਿਹਾ ਕਿ ਹਾਂ ਉਸ ਕਮੇਟੀ ਦੀਆਂ ਰਿਪੋਰਟਾਂ ਜੇ ਵੇਖਿਆ ਨੇ, ਸੰਗਰੂਰ ਦੀ ਜਿਮਨੀ ਚੋਣ ਕਰਕੇ ਅਸੀਂ ਉਹ ਸਾਈਡ ਤੇ ਰੱਖੀ ਆ ਤੇ ਸੁਖਬੀਰ ਸਿੰਘ ਬਾਦਲ ਹੋਣੀ ਅਸਤੀਫਾ ਨਹੀਂ ਦੇਣਗੇ। ਮੈਂ ਉਸ ਪ੍ਰਸ਼ਨ ਤੇ ਆਪਾਂ ਫੋਕਸ ਕਰੀਏ। ਮੈਂ ਗੱਲ ਇਹ ਕਰ ਰਿਹਾ ਕਿ ਸੁਖਬੀਰ ਸਿੰਘ ਬਾਦਲ ਇਸ ਵੇਲੇ ਬੁਰੀ ਤਰ੍ਹਾਂ ਘਿਰ ਚੁੱਕੇ, ਪਰ ਦੂਜੇ ਪਾਸੇ ਸਮੱਸਿਆ ਇਹ ਆ ਕਿ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਪਾਰਟੀ ਦੇ ਵਿੱਚ ਕੋਈ ਵੀ ਇਦਾਂ ਦਾ ਨੇਤਾ ਇਹਨਾਂ ਨੇ ਉੱਗਣ ਹੀ ਨਹੀਂ ਦਿੱਤਾ ਕਿ ਜਿਹੜਾ ਪ੍ਰਧਾਨ ਦੇ ਯੋਗ ਹੋਵੇ ਜਾਂ ਗੱਲਬਾਤ ਚੱਲੇ, ਜਿਹੜੀ ਗੱਲਬਾਤ ਜਾਂ ਪ੍ਰਧਾਨਗੀ ਨੂੰ ਸਾਂਭੇ। ਇਹਨਾਂ ਨੇ ਸੈਕੰਡ ਕਲਾਸ ਦਾ ਨੇਤਾ ਬਿਲਕੁਲ ਪੈਦਾ ਨਹੀਂ ਹੋਣ ਦਿੱਤਾ, ਜਿਸ ਤਰੀਕੇ ਨਾਲ ਗਾਂਧੀ ਪਰਿਵਾਰ ਨੇ ਵੀ ਨਹੀਂ ਹੋਣ ਦਿੱਤਾ। ਤਾਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਬਲਵਿੰਦਰ ਸਿੰਘ ਭੂੰਦੜ ਵਰਗੇ ਜਿਹੜੇ ਖਾਸ ਤੌਰ ਤੇ ਬਾਦਲ ਪਰਿਵਾਰ ਦੇ ਵਫਾਦਾਰ ਨੇ, ਜੇਕਰ ਕੱਲ ਨੂੰ ਜਿਸ ਤਰੀਕੇ ਨਾਲ ਕੱਲ ਆਪਾਂ ਖਬਰ ਤੁਸੀਂ ਬ੍ਰੇਕ ਕੀਤੀ ਕਾਰਜਕਾਰੀ ਪ੍ਰਧਾਨ ਉਹ ਬਣ ਸਕਦੇ ਆ, ਉਹਨੇ ਕਹਿੰਦਾ ਮੈਂ ਨਹੀਂ ਬਣਨਾ। ਹੁਣ ਇਹ ਆਵਾਜ਼ ਉਠਾਈ ਕਿੱਥੋਂ? ਆਵਾਜ਼ ਕਹਿੰਦੇ ਨੇ ਜਗਬੀਰ ਸਿੰਘ ਬਰਾੜ ਨੇ ਇਹ ਗੱਲ ਕਹੀ ਕਿ 3 ਜਿਹੜੇ ਕਾਰਜਕਾਰੀ ਨੌਜਵਾਨ ਪ੍ਰਧਾਨ ਮਾਲਵੇ ਦੇ ਖੇਤਰ ਦਾ ਉਹ ਬਣਾ ਦੇਣੇ ਚਾਹੀਦੇ। ਜਗਮੀਤ ਬਰਾੜ ਦੀ ਜਿਹੜੀ ਸਟੇਟਮੈਂਟ ਸੀ ਉਹਨਾਂ ਨੇ ਇੰਨੀ ਗੱਲ ਕਹੀ। ਤੇ ਬਲਵਿੰਦਰ ਸਿੰਘ ਭੁੰਦੜ ਉਹਨਾਂ ਨੇ ਕਿਹਾ, ਉਹਨੇ ਸਾਰਾ ਦੋਸ਼ ਜਿਹੜਾ ਪੱਤਰਕਾਰਾਂ ਤੇ ਸੁੱਟਤਾ ਕਿ ਤੁਸੀਂ ਇਸ ਤਰੀਕੇ ਨਾਲ ਕਰਦੇ, ਇਹ ਕਰਦੇ, ਉਹ ਕਰਦੇ। ਸੋ ਕਹਿਣ ਦਾ ਅਰਥ ਆ ਕਿ ਅੱਜ ਦੀ ਤਰੀਕ ਤੱਕ ਵੀ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਅਸੀਂ ਕਹਿ ਸਕਦੇ ਕਿ ਸ਼੍ਰੋਮਣੀ ਅਕਾਲੀ ਦਲ ਤੇ ਪਕੜ ਉਸੇ ਤਰ੍ਹਾਂ ਹੀ ਆ। ਅੰਦਰੋਂ ਅੰਦਰ ਹੀ ਵਿਰੋਧ ਜ਼ਰੂਰ ਚੱਲਦਾ ਪਿਆ, ਪਰ ਕਿਉਂਕਿ ਬੰਦਾ ਕੋਈ ਨਹੀਂ ਹੈਗਾ ਉਹਨਾਂ ਕੋਲ, ਇਸ ਕਰਕੇ ਪਾਰਟੀ ਦਿਨ ਬ ਦਿਨ ਜਿੰਨਾ ਮਰਜ਼ੀ ਖੋਰਾ ਲੱਗ ਜਾਏ, ਮੈਨੂੰ ਇਸ ਤਰ੍ਹਾਂ ਲੱਗਦਾ ਇਹਨਾਂ ਨੇ ਪ੍ਰਧਾਨ ਜਿਹੜਾ ਉਹ ਨਹੀਂ ਬਦਲਣਾ, ਕਿਉਂਕਿ ਪ੍ਰਧਾਨ ਤੋਂ ਬਾਦਲ ਪਰਿਵਾਰ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੋਰ ਕਿਹੜਾ ਬੰਦਾ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਲੀਡ ਦੇ ਸਕਦਾ। ਇਸੇ ਗੱਲ ਦਾ ਫਾਇਦਾ ਜਿਹੜਾ ਸ਼੍ਰੋਮਣੀ ਅਕਾਲੀ ਮਾਫ ਕਰਦਾ ਬਾਦਲ ਪਰਿਵਾਰ ਬੀਤੇ ਦਾ ਉੱਪਰ ਉਠਾਉਂਦਾ ਰਿਹਾ। ਤਾਂ ਬਾਦਲ ਪਰਿਵਾਰ ਦੀ ਇਹ ਸਮੱਸਿਆ ਕਿ ਕਦੇ ਵੀ ਪ੍ਰਧਾਨਗੀ ਇਹਨਾਂ ਨੇ ਆਪਣੇ ਘਰ ਤੋਂ ਬਾਹਰ ਜਾਣ ਨਹੀਂ ਦੇਣੀ। ਮੈਨੂੰ ਇਹ ਵੀ ਗੱਲ ਯਾਦ ਆ ਕਿ 2098 ਦੇ ਵਿੱਚ ਜਦੋਂ 97-98 ਦੀ ਗੱਲ ਆ ਕਿ ਜਦੋਂ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਗੁਰਚਰਨ ਸਿੰਘ ਟੌਹੜਾ ਹੋਣਾ ਨੇ ਬਣਾਇਆ, ਤਾਂ ਉਦੋਂ ਵੀ ਅਕਾਲੀ ਦਲ ਦੀ ਇਹੋ ਜਿਹੀ ਸਥਿਤੀ ਤੇ ਟੌਹੜਾ ਸਾਹਿਬ ਨੇ ਸਿਰਫ ਇੰਨੀ ਗੱਲ ਕਹੀ, ਇੱਕ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਕਿ ਹਾਂ ਭਾਈ ਮੈਂ ਤਾਂ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਕਿਹਾ ਕਿ ਤੂੰ ਆਪਣੀ ਜਗ੍ਹਾ ਤੇ ਕੋਈ ਮਾਫ ਕਰਦਾ ਕਿ ਇੱਕ ਕਾਰਜਕਾਰੀ ਪ੍ਰਧਾਨ ਬਣਾਣਾ, ਭਾਈ ਗੁਰਦੇਵ ਬਾਦਲ ਨੂੰ ਬਣਾਣਾ। ਗੁਰਦੇਵ ਸਿੰਘ ਬਾਦਲ ਫਰੀਦਕੋਟ ਦੇ ਨੇਤਾ ਹੁੰਦੇ ਸਨ ਤੇ ਇਹਨਾਂ ਦੇ ਖਾਸੋ ਖਾਸ। ਤਾਂ ਇੰਨੀ ਗੱਲ ਕਹਿਣ ਦੀ ਗੱਲ ਸੀ ਕਿ ਟੌਹੜੇ ਦੀ ਇਹ ਸਟੇਟਮੈਂਟ ਆਈ ਤਾਂ ਅਗਲੇ ਦਿਨ ਟੌਹੜਾ ਸਾਹਿਬ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਸੋ ਕਹਿਣ ਦਾ ਅਰਥ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਿਸ ਤਰੀਕੇ ਨਾਲ ਬਾਦਲ ਪਰਿਵਾਰ ਨੇ ਆਪਣੀ ਕੰਪਨੀ ਬਣਾਇਆ ਤੇ ਕੰਪਨੀ ਦੇ ਸੀਓ ਸੁਖਬੀਰ ਸਿੰਘ ਬਾਦਲ ਨੇ, ਮੇਰਾ ਨਹੀਂ ਖਿਆਲ ਕਿ ਪਾਰਟੀ ਤੋਂ ਉਨ੍ਹਾਂ ਚਿਰ ਤੱਕ ਮੁਕਤ ਹੋਣ ਜਿੰਨਾ ਚਿਰ ਇਸ ਪਾਰਟੀ ਦੀਆਂ ਹੱਡੀਆਂ ਵੀ ਉਹਨਾਂ ਨੇ ਪੂਰਨ ਤੌਰ ਤੇ ਜਨ ਪ੍ਰਵਾਹ ਨਹੀਂ ਕਰਦੀਆਂ, ਉਹਨਾਂ ਚਿਰ ਤੱਕ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਨਹੀਂ ਛੱਡਣੀ। ਜੋ ਹਾਂ ਲੋਕੀ ਛਡਾਉਣਗੇ, ਜਿਸ ਤਰ੍ਹਾਂ ਹੁਣ ਸਿਮਰਜੀਤ ਸਿੰਘ ਮਾਨ ਬਣੇ ਨੇ, ਕੱਲ ਨੂੰ ਸਿਮਰਜੀਤ ਸਿੰਘ ਮਾਨ ਐਜੀਪੀਸੀ ਦੀਆਂ ਚੋਣਾਂ ਵੀ ਲੜਨਗੇ। ਜੇਕਰ ਐਜੀਪੀਸੀ ਦੀਆਂ ਚੋਣਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਕਬਜ਼ਾ ਹੁੰਦਾ ਤਾਂ ਫਿਰ ਤੁਸੀਂ ਦੇਖਿਓ ਕਿ ਕਿਸ ਤਰੀਕੇ ਨਾਲ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਅਸਲੀ ਕਿਹੜਾ ਤੇ ਨਕਲੀ ਕਿਹੜਾ ਜੀ। ਬਿਲਕੁਲ ਬਿਲਕੁਲ। ਤਾਂ ਸਰ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਤਾਂ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ ਪ੍ਰੋਗਰਾਮ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।